ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਨ ਸੁਨਿਓ ਗੁਰ ਬਾਕ ਕੋ, ਭਏ ਤਿਆਰ ਸਮੁਦਾਏ। ਆਯੁਧ ਗਨ ਸਿੰਘਨ ਧਰੇ, ਹੋਏ ਸਵਦਾਨ ਤਦਾਏ। ਸਭਨ ਸੁਨਿਓ ਗੁਰ ਬਾਕ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਤਸੰਗਤ ਦਾ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਇਹ ਚੜ੍ਹਿਆ ਹੋਇਆ ਪੋਹ ਦਾ ਮਹੀਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਿਵਾਰ ਦੀਆਂ ਲਾਸਾਨੀ ਕੁਰਬਾਨੀਆਂ ਨਾਲ ਰੰਗਿਆ ਹੋਇਆ ਹੈ। ਕੇਵਲ ਥੋੜ੍ਹੇ ਹੀ ਦਿਨਾਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਆਪਣੇ ਪੰਥ ਤੋਂ ਗਰੀਬ ਨਵਾਜ ਜੀ ਨੇ ਕੁਰਬਾਨ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਵੇਂ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਛੱਡਿਆ ਅਤੇ ਚਮਕੌਰ ਸਾਹਿਬ ਜੀ ਦੀ ਗੜੀ ਦਾ ਯੁੱਧ, ਫਿਰ ਜੋ ਸਰਹੰਦ ਦੇ ਅੰਦਰ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਹਜ਼ੂਰ ਦੇ ਬਿਰਧ ਮਾਤਾ ਗੁਜਰ ਕੌਰ ਜੀ ਭਾਰੀ ਸ਼ਹੀਦੀ ਸਾਕਾ ਵਰਤਾਇਆ। ਇਹ ਤਕਰੀਬਨ ਇਹ ਸ਼ਹੀਦੀ ਹਫ਼ਤੇ ਦੇ ਵਿੱਚ ਹੁਣ ਇਹ ਕਥਾ ਲੜੀਵਾਰ ਚੱਲੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਛੱਡਿਆ ਹੈ, ਕਿਹੋ ਜਿਹੇ ਹਾਲਾਤ ਬਣੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਤੋਂ ਉਪਰੰਤ ਹਜ਼ੂਰ ਜਿਵੇਂ ਗੁਰਿਆਈ ਤਖਤ 'ਤੇ ਬਿਰਾਜਮਾਨ ਹੁੰਦੇ ਹੈ। ਸੰਖੇਪ ਰੂਪ ਵਿੱਚ ਆਪਾਂ ਇਹ ਸਰਵਣ ਕਰਾਂਗੇ। ਫਿਰ ਜਿਹੜਾ ਜਿਵੇਂ ਦਿਨ ਹੋਵੇਗਾ, ਉਸ ਦਿਹਾੜੇ ਦੇ ਨਿਮਿੱਤ, ਉਸ ਸ਼ਹਾਦਤ ਦੇ ਨਿਮਿੱਤ ਜਿਹੜੀ ਹੈ ਉਹ ਕਥਾ ਆਪਾਂ ਸਰਵਣ ਕਰਾਂਗੇ। ਇਤਿਹਾਸ ਤਾਂ ਬਹੁਤ ਵਿਸਥਾਰ ਸਹਿਤ ਹੈ, ਕਿਉਂਕਿ ਇਹਨਾਂ ਦਿਨਾਂ ਦੀ ਵਿਸ਼ੇਸ਼ਤਾ ਕਰਕੇ ਜਿੱਥੇ ਜਿੱਥੇ ਮੁੱਖ ਪ੍ਰਸੰਗ ਹੋਣਗੇ ਉਹ ਆਪਾਂ ਸਰਵਣ ਕਰਾਂਗੇ। ਬਾਕੀ ਇਤਿਹਾਸ ਖੁੱਲ੍ਹੀ ਕਥਾ ਦੇ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਗੁਰਿਆਈ ਤਖਤ 'ਤੇ ਬਿਰਾਜਮਾਨ ਹੋਏ, ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੋ ਕਰਕੇ ਮਹਾਰਾਜ ਨੇ ਐਸਾ ਗੁਰਸਿੱਖੀ ਦਾ ਫਲਾਹ ਕੀਤਾ। ਬਹੁਤ ਉੱਤਮ ਢੰਗ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖੀ ਦਾ, ਗੁਰਮਤਿ ਦਾ ਪ੍ਰਚਾਰ ਸਤਿਗੁਰਾਂ ਜੀ ਨੇ ਕੀਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਭਾਰੀ ਮਹਿਮਾ ਦੂਰ ਦੂਰ ਤੱਕ ਫੈਲਣ ਲੱਗੀ। ਸੱਚੇ ਪਾਤਸ਼ਾਹ ਜੀ ਦਾ ਰਣਜੀਤ ਨਗਾਰਾ ਬਣਾਉਣਾ ਅਤੇ ਘੋੜ ਸਵਾਰ ਫੌਜਾਂ ਸੱਚੇ ਪਾਤਸ਼ਾਹ ਜੀ ਨੇ ਕੋਲ ਰੱਖਣੀਆਂ। ਜਦੋਂ ਰਣਜੀਤ ਨਗਾਰੇ ਤੇ ਚੋਭਾਂ ਲੱਗਣੀਆਂ, ਪਹਾੜਾਂ ਦੇ ਅੰਦਰ ਬਹੁਤ ਗੂੰਜ ਪੈਦਾ ਹੋਣੀ। ਪਹਾੜੀ ਰਾਜੇ ਇਸ ਨਗਾਰੇ ਨੂੰ ਸੁਣ ਕੇ ਬੜੀ ਖੁੰਸ ਖਾਣ ਲੱਗੇ। ਸੱਚੇ ਪਾਤਸ਼ਾਹ ਜੀ ਨਾਲ ਅਕਾਰਨ ਹੀ ਵੈਰ ਕਰਨ ਲੱਗੇ। ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਰਾਜਾ ਰਤਨ ਰਾਏ ਨੇ, ਜੋ ਅਸਾਮ ਦਾ ਰਾਜਾ ਸੀਗਾ,
ਸੱਚੇ ਪਾਤਸ਼ਾਹ ਜੀ ਨੂੰ ਬੜੀਆਂ ਬੇਸ਼ਕੀਮਤੀ ਵਸਤੂਆਂ ਭੇਟ ਕੀਤੀਆਂ ਸੀਗੀਆਂ। ਉਹਨਾਂ ਬੇਸ਼ਕੀਮਤੀ ਵਸਤੂਆਂ ਉੱਤੇ ਲਾਲਚੀ ਕਹਿਲੂਰੀ ਰਾਜਾ ਭੀਮ ਚੰਦ, ਉਹਦੀ ਐਸੀ ਲਾਲਚੀ ਨਿਗਾਹ ਪਈ ਕਿ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਉਹ ਸਾਰੀਆਂ ਵਸਤੂਆਂ ਖੋਹਣਾ ਚਾਹੁੰਦਾ ਸੀ ਅਤੇ ਛੜਯੰਤਰ ਕਰਦਾ ਸੀ ਆਪਣੇ ਪੁੱਤਰ ਦੇ ਵਿਆਹ ਦੇ ਬਹਾਨਾ ਲਾ ਕਰਕੇ ਕਿ ਮਹਾਰਾਜ ਮੇਰੇ ਪੁੱਤਰ ਦਾ ਵਿਆਹ ਹੈ, ਜੇ ਤੁਸੀਂ ਮੈਨੂੰ ਇਹ ਪੰਚਕਲਾ ਸ਼ਸਤਰ ਅਤੇ ਜਿਹੜਾ ਇਸ ਪ੍ਰਕਾਰ ਪ੍ਰਸ਼ਾਦੀ ਹਾਥੀ ਹੈ ਅਤੇ ਜਿਹੜਾ ਆਪ ਦੇ ਕੋਲ ਤੰਬੋਲ ਹੈ ਅਤੇ ਇਹ ਮਹਾਰਾਜ ਮੈਨੂੰ ਜਿਹੜਾ ਹੈ ਚੰਦਨ ਦੀ ਚੌਂਕੀ, ਇਹ ਚੀਜ਼ਾਂ ਮੈਨੂੰ ਥੋੜ੍ਹੇ ਵਕਤ ਲਈ ਦਿਓ, ਮੇਰਾ ਰਾਜਿਆਂ ਵਿੱਚ ਬੜਾ ਪ੍ਰਭਾਵ ਬਣ ਜਾਏਗਾ। ਅੰਦਰ ਖਾਤੇ ਉਹ ਇਹ ਸੋਚਦਾ ਸੀ ਕਿ ਇੱਕ ਵਾਰ ਜਦੋਂ ਆਪਾਂ ਲੈ ਲਵਾਂਗੇ ਫਿਰ ਵਾਪਸ ਨਹੀਂ ਦੇਵਾਂਗੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਛਲਣਾ ਚਾਹੁੰਦਾ ਸੀ, ਪਰ ਪੂਰੇ ਗੁਰੂ ਜੀ ਨੂੰ ਕਿਵੇਂ ਛਲਿਆ ਜਾ ਸਕਦਾ ਹੈ। ਪਹਾੜੀ ਰਾਜਿਆਂ ਨੇ ਅਕਾਰਨ ਸਤਿਗੁਰਾਂ ਜੀ ਦੇ ਨਾਲ ਵੈਰ ਜਦੋਂ ਕੀਤਾ, ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਛਲ ਕਰਕੇ ਮੰਗਦੇ ਸੀ ਤਾਂ ਸਤਿਗੁਰਾਂ ਜੀ ਨੇ ਉੱਤਰ ਦਿੱਤਾ ਸੀ। ਹੈ ਵੀ ਇਹ ਸੱਚ ਸੀ, ਕਿਉਂਕਿ ਰਾਜਾ ਰਤਨ ਰਾਏ ਨੇ ਜਦੋਂ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਸਭ ਕੁਝ ਭੇਟ ਕੀਤਾ ਸੀ, ਨਾਲ ਬੇਨਤੀ ਕੀਤੀ ਸੀ, ਗਰੀਬ ਨਵਾਜ ਆਪ ਦਿਆਲੂ ਕਿਰਪਾਲੂ ਹੋ, ਮਹਾਰਾਜ ਬੇਨਤੀ ਹੈ ਕਿ ਇਹ ਜਿਹੜੀਆਂ ਵਡਮੁੱਲੀਆਂ ਵਸਤੂਆਂ ਹਨ ਇਹ ਸੱਚੇ ਪਾਤਸ਼ਾਹ ਜੀ ਆਪ ਆਪਣੇ ਪਾਸ ਹੀ ਸਦਾ ਰੱਖਿਓ। ਇਹ ਮਹਾਰਾਜ ਕਿਸੇ ਨੂੰ, ਕਿਉਂਕਿ ਆਪ ਦਇਆ ਦੇ ਘਰ ਹੋ, ਮਹਾਰਾਜ ਭੇਟ ਕਰ ਦਿਓਗੇ ਜਦੋਂ ਕੋਈ ਆਪ ਜੀ ਦੇ ਅੱਗੇ ਹੱਥ ਜੋੜ ਕੇ ਮੰਗੇਗਾ। ਸੱਚੇ ਪਾਤਸ਼ਾਹ ਸਾਡੀ ਇਹ ਬੇਨਤੀ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਗੁਰਿਆਈ ਤਖਤ ਦੇ ਮੁਤਹਿਤ ਹੀ ਰਹਿਣ। ਸੱਚੇ ਪਾਤਸ਼ਾਹ ਨੇ ਹੱਸਦਿਆਂ ਹੋਇਆਂ ਕਿਹਾ ਸੀ, ਚੰਗਾ ਰਾਜਾ ਰਤਨ ਰਾਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਅੰਦਰ ਸਿੱਖ ਜਦੋਂ ਭਾਵਨਾ ਸਹਿਤ ਬੇਨਤੀ ਕਰਦੇ ਹੈ ਤੇ ਉਹਦੀ ਬੇਨਤੀ ਜ਼ਰੂਰ ਕਬੂਲ ਹੁੰਦੀ ਹੈ। ਤੇਰੀ ਇਹ ਭਾਵਨਾ ਸਾਨੂੰ ਮਨਜ਼ੂਰ ਹੈ। ਇਹ ਭੀਮ ਚੰਦ ਰਾਜਾ ਜਦੋਂ ਆਪਣੇ ਪੰਮੇ ਵਜ਼ੀਰ ਦੇ ਰਾਹੀਂ ਬਹੁਤ ਜ਼ਿਆਦਾ ਸੱਚੇ ਪਾਤਸ਼ਾਹ ਜੀ ਦੇ ਕੋਲ ਚਾਪਲੂਸੀਆਂ ਵਾਲੀਆਂ ਗੱਲਾਂ ਕਰਦਿਆਂ ਹੋਇਆਂ, ਬੜੀਆਂ ਚਿਕਨੀਆਂ ਚੋਪੜੀਆਂ ਗੱਲਾਂ ਕਰਦਿਆਂ ਹੋਇਆਂ, ਬੜੇ ਛੜਯੰਤਰ ਰਚ ਰਚ ਕੇ ਅਤੇ ਬੜਾ ਆਪਣਾ ਪ੍ਰਭਾਵ ਵੀ ਦਿਖਾ ਕੇ ਕਿ ਨਹੀਂ ਤਾਂ ਤੁਹਾਨੂੰ ਅਨੰਦਪੁਰ ਸਾਹਿਬ ਤੋਂ ਮੈਂ ਬਾਹਰ ਕੱਢ ਦਿਆਂਗਾ, ਬਹੁਤ ਸਾਰੇ ਤਰੀਕੇ ਸਾਰੇ ਇਸ ਨੇ ਅਪਣਾ ਲਏ। ਪਰ ਸ੍ਰੀ ਗੁਰੂ ਜੀ ਨੇ ਇੱਕੋ ਹੀ ਉੱਤਰ ਦਿੱਤਾ ਕਿ ਇਹ ਸਿੱਖ ਦੀ ਭਾਵਨਾ ਹੈ। ਜੇ ਰਾਜੇ ਭੀਮ ਚੰਦ ਨੂੰ ਹੋਰ ਹਾਥੀ ਚਾਹੀਦਾ, ਸਾਡੇ ਤਬੇਲੇ ਵਿੱਚ ਖੜੇ ਹੈ, ਪਰ ਇਹ ਪ੍ਰਸ਼ਾਦੀ ਹਾਥੀ ਨਹੀਂ ਦੇ ਸਕਦੇ, ਕਿਉਂਕਿ ਰਾਜਾ ਰਤਨ ਰਾਏ ਨੇ ਸਿੱਖੀ ਭਾਵਨਾ ਸਹਿਤ ਬੇਨਤੀ ਕੀਤੀ ਹੈ। ਇਸ ਕਰਕੇ ਅਸੀਂ ਸਿੱਖ ਦੀ ਭਾਵਨਾ ਨਹੀਂ ਠੁਕਰਾ ਸਕਦੇ। ਸੱਚੇ ਪਾਤਸ਼ਾਹ ਜੀ ਇਹਦਾ ਛਲ ਜਾਣਦੇ ਸੀ, ਚਾਹੇ ਕਿ ਥੋੜ੍ਹੇ ਸਮੇਂ ਲਈ ਜੇ ਤਾਂ ਸੱਚੇ ਦਿਲੋਂ ਮੰਗਦਾ ਤਾਂ ਸ਼ਾਇਦ ਮਹਾਰਾਜ ਭਾਵੇਂ ਭੇਜ ਹੀ ਦਿੰਦੇ, ਪਰ ਸੱਚੇ ਪਾਤਸ਼ਾਹ ਜੀ ਇਹਦੇ ਦਿਲ ਦਾ ਛਲ ਜਾਣਦੇ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਛਲਣਾ ਚਾਹੁੰਦਾ ਹੈ, ਗੁਰੂ ਘਰ ਨਾਲ ਧੋਖਾ ਕਰਨਾ ਚਾਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸਭ ਕੁਝ ਦੇਣੋਂ ਇਨਕਾਰ ਕਰ ਦਿੱਤਾ ਅਤੇ ਅਕਾਰਨ ਫਿਰ ਗੁਰੂ ਘਰ ਨਾਲ ਇਸ ਨੇ ਵੈਰ ਕਰਨਾ ਸ਼ੁਰੂ ਕਰ ਦਿੱਤਾ। 2-4 ਛੋਟੀਆਂ ਮੁੱਠ ਭੇੜਾਂ ਸਿੰਘਾਂ ਦੇ ਨਾਲ, ਸਿੱਖਾਂ ਦੇ ਨਾਲ ਉੱਥੇ ਹੋਈਆਂ, ਕਿਉਂਕਿ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਦੀ ਦਾਤ ਭੰਗਾਣੀ ਦੇ ਯੁੱਧ ਤੋਂ ਮਹਾਰਾਜ ਜਦੋਂ ਪਰਤੇ ਉਦੋਂ ਆ ਕੇ ਬਖਸ਼ੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਰਾਜੇ ਮੇਦਨੀ ਪ੍ਰਕਾਸ਼ ਦੀ ਚਿੱਠੀ ਆਉਣੀ, ਜਿਹੜਾ ਨਾਹਣ ਦਾ ਰਾਜਾ ਸੀ, ਉਸ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ ਮੇਰੀ ਰਿਆਸਤ ਵਿੱਚ ਚਰਨ ਪਾਓ। ਇੱਧਰ ਰੋਜ਼ ਦਾ ਜਿਹੜਾ ਸੀਗਾ ਨਾ, ਉਹ ਇਸ ਤਰ੍ਹਾਂ ਹੀ ਕਾਰਨ ਬਣਦਾ ਸੀਗਾ ਕਿ ਕਦੋਂ ਵੀ ਪਹਾੜੀਆਂ ਨਾਲ ਯੁੱਧ ਛਿੜ ਸਕਦਾ ਸੀ ਅਤੇ ਮਸੰਦ ਘਬਰਾਏ ਹੋਏ ਸੀ। ਮਾਤਾ ਜੀ ਨੂੰ ਕਹਿੰਦੇ ਸੀ, ਕਦੇ ਗੁਰੂ ਸਾਹਿਬ ਕੋਲ ਹੀ ਗੁਜ਼ਾਰਿਸ਼ ਕਰਦੇ ਸੀ, ਮਹਾਰਾਜ ਨਗਾਰਾ ਨਹੀਂ ਵਜਾਉਣਾ ਚਾਹੀਦਾ,
ਸਾਨੂੰ ਘੋੜਿਆਂ 'ਤੇ ਨਹੀਂ ਚੜ੍ਹਨਾ ਚਾਹੀਦਾ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਆਏ ਹੀ ਹਜੂਰ ਇਸ ਕਾਰਜ ਵਾਸਤੇ ਹੈ। ਇਉਂ ਮਸੰਦਾਂ ਨੇ ਬੜੀਆਂ ਆਪਣੀਆਂ ਰਾਏ ਦੇਣੀਆਂ। ਜਦੋਂ ਮਸੰਦਾਂ ਨੂੰ ਪਤਾ ਲੱਗਾ ਕਿ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਆਈ ਆ, ਮਹਾਰਾਜ ਦੇ ਚਰਨ ਪਵਾਉਣਾ ਚਾਹੁੰਦਾ ਹੈ, ਹਜੂਰ ਨੇ ਤਾਂ ਪਹਿਲਾਂ ਇਨਕਾਰ ਕਰ ਦਿੱਤਾ। ਫਿਰ ਮਾਤਾ ਗੁਜਰ ਕੌਰ ਜੀ ਨਾਲ ਜਦੋਂ ਸੱਚੇ ਪਾਤਸ਼ਾਹ ਜੀ ਮਾਤਾ ਜੀ ਦੀ ਜ਼ਰੂਰ ਸਲਾਹ ਲਿਆ ਕਰਦੇ ਸੀ, ਅਤੇ ਮਾਤਾ ਜੀ ਨੇ ਫਿਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਉੱਤੇ ਵਿਰਾਜਮਾਨ ਹੋ। ਸਿੱਖ ਜਦੋਂ ਕੋਈ ਭਾਵਨਾ ਨਾਲ ਬੇਨਤੀ ਕਰਦਾ ਹੈ ਅਤੇ ਸਿੱਖ ਦੀ ਸ਼ਰਧਾ ਨੂੰ ਆਪ ਜ਼ਰੂਰ ਪੂਰੀਆਂ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਫਿਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਹੈ ਉਹ ਪਾਉਂਟਾ ਸਾਹਿਬ ਆਉਣਾ। ਪਹਿਲਾਂ ਜੋ ਨਾਹਣ ਦੀ ਪਹਾੜੀ ਹੈ ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮੇਦਨੀ ਪ੍ਰਕਾਸ਼ ਦੀ ਰਿਆਸਤ ਵਿੱਚ ਚਰਨ ਪਾਏ ਹੈ। ਅਤੇ ਫਿਰ ਇਹ ਥਾਂ ਸਤਿਗੁਰਾਂ ਜੀ ਨੂੰ ਜਿਹੜੀ ਹੈ ਜਮਨਾ ਦੇ ਕੰਢੇ 'ਤੇ ਸੋਹਣੀ ਪਸੰਦ ਆਈ, ਜਿੱਥੇ ਸੱਚੇ ਪਾਤਸ਼ਾਹ ਜੀ ਨੇ 12 ਦਿਨਾਂ ਵਿੱਚ ਫਿਰ ਕਿਲ੍ਹਾ ਜਿਹੜਾ ਸੀ ਉਹ ਤਾਮੀਰ ਕਰਵਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਬੇਅੰਤ ਕੌਤਕ ਕੀਤੇ, ਜੋ ਹਜੂਰ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਹੈ ਕਿ ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜਮਨਾ ਦੇ ਕੰਢੇ 'ਤੇ ਬਹੁਤ ਭਾਰੀ ਅਸੀਂ ਬਿਲਾਸ ਕੀਤੇ, ਕੌਤਕ ਕੀਤੇ, ਇੱਥੇ ਸ਼ੇਰਾਂ ਦਾ ਉਧਾਰ ਵੀ ਕੀਤਾ। ਸੱਚੇ ਪਾਤਸ਼ਾਹ ਨੇ ਫਤਿਹ ਸ਼ਾਹ ਰਾਜੇ ਨਾਲ ਸੰਧੀ ਵੀ ਕਰਵਾਈ, ਪਰ ਜਦੋਂ ਭੀਮ ਚੰਦ ਚੜ੍ਹ ਕੇ ਆਇਆ ਅਤੇ ਫਤਿਹ ਸ਼ਾਹ ਰਾਜੇ ਨੂੰ ਤੇ ਸਮੇਂ ਇਸ ਨੇ ਜਿਹੜਾ ਸੀ ਨਾ ਆਪਣੇ ਧੀ ਦਾ ਇਹਦੀ ਦਾ ਡੋਲਾ ਛੱਡ ਜਾਣ ਦੀ ਧਮਕੀ ਦਿੱਤੀ। ਇਹਨੂੰ ਵੀ ਨਾਲ ਰਲਾ ਕੇ ਫਿਰ ਸਤਿਗੁਰਾਂ ਜੀ ਦੇ ਉੱਪਰ ਇਹ ਹਮਲਾਵਰ ਹੋਏ। ਮਹਾਰਾਜ ਨੇ ਲਿਖਿਆ ਫਤਿਹ ਸ਼ਾਹ ਕੋਪਾ ਤਬ ਰਾਜਾ, ਲੋਹ ਪਰਾ ਹਮਸੋ ਬਿਨ ਕਾਜਾ। ਇਹ 3.5 ਲੱਖ ਦੀ ਗਿਣਤੀ ਵਿੱਚ ਚੜ੍ਹ ਕੇ ਆਏ। 1700 ਘੋੜ ਸਵਾਰ ਅਤੇ ਪੀਰ ਬੁੱਧੂ ਸ਼ਾਹ ਜੀ ਦੇ 700 ਮਰੀਦ, ਜਿਹੜੇ ਪਹਿਲਾਂ ਪਠਾਨ ਰਖਾਏ ਸੀ 500 ਨਿਮਕ ਹਰਾਮੀ ਹੋ ਕੇ ਉਹ ਪਹਾੜੀਆਂ ਨਾਲ ਜਾ ਰਲੇ। ਬਹੁਤ ਘਮਾਸਾਨ ਦਾ ਯੁੱਧ ਹੋਇਆ, ਜਿਸ ਯੁੱਧ ਦਾ ਸਤਿਗੁਰਾਂ ਜੀ ਨੇ ਆਪਣੀ ਕਲਮ ਨਾਲ ਵੇਰਵਾ ਲਿਖਿਆ ਹੈ। ਸੱਚੇ ਪਾਤਸ਼ਾਹ ਨੇ ਸੰਗੋ ਸ਼ਾਹ ਜੀ ਨੂੰ ਸਾਹ ਸੰਗਰਾਮ ਦਾ ਖਿਤਾਬ ਦਿੱਤਾ। ਹਜੂਰ ਨੇ ਇਸ ਯੁੱਧ ਨੂੰ ਬਹੁਤ ਵੀਰਤਾਪੂਰਵਕ ਫਤਿਹ ਕੀਤਾ। ਹਰੀ ਚੰਦ ਰਾਜੇ ਆਦਿਕ ਮਹਾਰਾਜ ਦੇ ਹੱਥੋਂ ਮਾਰੇ ਗਏ। ਸੰਗੋ ਸ਼ਾਹ ਜੀ, ਜੀਤਮਲ ਜੀ ਇਸ ਭੰਗਾਣੀ ਦੇ ਯੁੱਧ ਦੇ ਅੰਦਰ ਵੀਰਗਤੀ ਨੂੰ ਪ੍ਰਾਪਤ ਕਰ ਗਏ। ਸੱਚੇ ਪਾਤਸ਼ਾਹ ਜੀ ਦੀ ਬਹੁਤ ਭਾਰੀ ਜਿੱਤ ਹੋਈ। ਜਦੋਂ ਸੱਚੇ ਪਾਤਸ਼ਾਹ ਜੀ ਫਿਰ ਪਾਉਂਟਾ ਸਾਹਿਬ ਆਏ ਹੈ, ਇੱਥੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਰਤਣ ਦਾ ਤਿਆਰਾ ਕੀਤਾ। ਰਸਤੇ ਵਿੱਚ ਨੰਦਾਉਣ ਦਾ ਛੋਟਾ ਜਿਹਾ ਇੱਕ ਯੁੱਧ ਹੋਇਆ, ਜਿਸ ਦਾ ਵੇਰਵਾ ਮਹਾਰਾਜ ਆਪਣੀ ਕਲਮ ਨਾਲ ਦਿੱਤਾ ਏ। ਫਿਰ ਸੱਚੇ ਪਾਤਸ਼ਾਹ ਜੀ ਦਾ ਆ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਪੰਥ ਦੀ ਉਤਪਤੀ ਕਰਨੀ। ਮਹਾਰਾਜ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਨੀ। 5 ਪਿਆਰਿਆਂ ਦੇ ਸੀਸ ਲੈ ਕਰਕੇ ਸੱਚੇ ਪਾਤਸ਼ਾਹ ਜੀ ਨੇ ਪੰਥ ਦੀ ਜਿਹੜੀ ਹੈ ਉਹ ਨੀਂਹ ਰੱਖਣਾ ਕੀਤੀ। ਸੱਚੇ ਪਾਤਸ਼ਾਹ ਜੀ ਨੇ ਗਰੀਬ ਨਵਾਜ਼ ਸਤਿਗੁਰਾਂ ਨੇ ਕੇਸਗੜ੍ਹ ਸਾਹਿਬ ਵਾਲੀ ਪਵਿੱਤਰ ਪਹਾੜੀ ਦੇ ਉੱਪਰ ਇਹ ਸੰਸਾਰ ਦੇ ਅੰਦਰ ਅਸਚਰਜ ਕੌਤਕ ਸਤਿਗੁਰਾਂ ਜੀ ਨੇ ਵਰਤਾਇਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਇਉਂ ਵੱਧਦੇ ਪ੍ਰਤਾਪ ਨੂੰ ਦਿਨ ਪ੍ਰਤੀ ਵੇਖ ਕਰਕੇ ਕਈ ਵਾਰੀ ਨੀਤੀਆਂ ਵਿਚਾਰਦਿਆਂ ਪਹਾੜੀਆਂ ਸੰਧੀਆਂ ਕਰਨੀਆਂ, ਕਈ ਵਾਰ ਦਿੱਲੀਓਂ ਸ਼ਹਿਜ਼ਾਦੇ ਦੀ ਫੌਜ ਚੜ੍ਹ ਕੇ ਆਉਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਦੀ ਇਹਨਾਂ ਬਰਖਲਾਫ ਹੋਣਾ, ਕਦੀ ਸੰਧੀ ਕਰ ਲੈਣੀ। ਆਖਰਕਾਰ ਇਹ ਆਪਣੇ ਦੀਨ ਧਰਮ ਨੂੰ ਛੱਡ ਕਰਕੇ, ਭਾਵੇਂ ਕਿ ਭੀਮ ਚੰਦ ਦੀ ਰਾਣੀ ਦਾ ਵੀ ਪ੍ਰਸੰਗ ਆਉਂਦਾ ਹੈ, ਉਸ ਨੇ ਕਿਹਾ ਸੀ ਕਿ ਗੁਰੂ ਘਰ ਉਹ ਹੈ ਜਿਨ੍ਹਾਂ ਨੇ ਤੁਹਾਡੇ ਵਡੇਰਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਕਰਵਾਇਆ ਸੀ, ਅਤੇ ਤੁਸੀਂ ਐਸੇ ਅਕਿਰਤ ਘਣ ਨਾ ਬਣੋ, ਇਤਿਹਾਸ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ। ਤੁਹਾਨੂੰ ਗੁਰੂ ਮਹਾਰਾਜ ਦੇ ਘਰ ਉੱਪਰ ਚੜ੍ਹਾਈ ਨਹੀਂ ਕਰਨੀ ਚਾਹੀਦੀ। ਪਰ ਇਹਨਾਂ ਨੇ ਸਾਰਾ ਕੁਝ ਹੀ ਤੇ ਸਮੇਂ ਅਕਿਰਤ ਘਣਾ ਵਾਲਾ ਕਰਮ ਕੀਤਾ ਅਤੇ ਨਰੰਗੇ ਦੀ ਸ਼ਰਨ ਜਾ ਕਰਕੇ ਪਏ। ਬਹੁਤ ਵਾਰ ਤਾਂ ਦਿੱਲੀ ਜਾ ਕਰਕੇ ਜਿਹੜਾ ਨਵਾਬ ਥਾਪਿਆ ਸੀ ਨਰੰਗੇ ਨੇ, ਕਿਉਂਕਿ ਆਪ ਤਾਂ ਔਰੰਗਾਬਾਦ ਚਲੇ ਗਿਆ ਸੀਗਾ, ਉਹਦੀਆਂ ਜਿਹੜੀਆਂ ਸਿਫਾਰਸ਼ਾਂ ਕਰਕੇ ਸਰਹੰਦੀ ਸੂਬਾ ਵਜੀਦ ਖਾਨ ਵੀ ਚੜ੍ਹ ਕੇ ਆਉਂਦਾ ਰਿਹਾ।
ਪਰ ਕੋਈ ਵੀ ਇਹਨਾਂ ਦਾ ਜਿਹੜਾ ਸੀ ਨਾ ਮੁਹਿੰਮ ਉਹ ਸਫਲ ਨਾ ਹੋ ਸਕੀ। ਹਰ ਵਾਰੀ ਖਾਲਸੇ ਕੋਲੋਂ ਕਰਾਰੀ ਹਾਰ ਖਾਂਦੇ। ਜਸਵਾਲੀਏ ਰਾਜੇ ਵਰਗੇ ਵੀ ਜਿਹੜੇ ਕਹਿੰਦੇ ਸੀ ਕਿ ਗੁਰੂ ਸਾਹਿਬ ਦਾ ਮੈਂ ਸੀਸ ਕੱਟ ਕੇ ਲਿਆਵਾਂਗਾ, ਨਹੀਂ ਤੇ ਅੱਗ ਵਿੱਚ ਸੜ ਕੇ ਮਰ ਜਾਵਾਂਗਾ, ਉਹਦਾ ਵੀ ਸਿਰ ਲਾ ਕੇ ਭਾਈ ਉਦੈ ਸਿੰਘ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਸੀਗਾ। ਤੋ ਖੂਨੀ ਹਾਥੀ ਦਾ ਮੂੰਹ ਭਾਈ ਬਚਿੱਤਰ ਸਿੰਘ ਸਾਹਿਬ ਨੇ ਭੁਆਂਤਾ ਸੀ। ਇਹੋ ਜਿਹੀਆਂ ਬੜੀਆਂ ਚਾਲਾਂ ਚੱਲੀਆਂ, ਪਰ ਹਰ ਵਾਰੀ ਪਹਾੜੀਆਂ ਦੀ ਕਰਾਰੀ ਹਾਰ ਹੁੰਦੀ ਰਹੀ। ਅਖੀਰ ਇਹਨਾਂ ਫਿਰ ਨਰੰਗੇ ਤੱਕ ਪਹੁੰਚ ਕੀਤੀ ਤੇ ਨਰੰਗੇ ਨੇ ਸਭ ਸੂਬੇਦਾਰਾਂ ਨੂੰ, ਜਿੰਨੇ ਨਵਾਬ ਸੀ, ਜਾਣੋ ਸਾਰੇ ਮੁਲਖਈਏ ਨੂੰ ਹੀ ਹੁਕਮ ਚਾੜ ਦਿੱਤਾ ਕਿ ਗੁਰੂ ਸਾਹਿਬ ਜੀ ਨੂੰ ਜਿਉਂਦਾ ਜਾਂ ਮੁਰਦਾ ਪਕੜਿਆ ਜਾਵੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਫਿਰ ਫੌਜ ਦਾ ਚੜ੍ਹਾਈ ਕਰਨਾ ਤੇ 8.5 ਮਹੀਨੇ ਤੋਂ ਉੱਪਰ ਫਿਰ ਇਹ ਘੇਰਾ ਰਹਿਣਾ। ਇਸ ਘੇਰੇ ਦੇ ਅੰਦਰ ਮੁੱਠ-ਭੇੜਾਂ ਹੁੰਦੀਆਂ ਰਹਿਣੀਆਂ, ਜੰਗ ਦਿਨੇ ਹੁੰਦਾ ਰਹਿਣਾ। ਕਦੇ ਕਦੇ ਜਿਹੜਾ ਸੀ ਉਹਨਾਂ ਨੇ ਚਲਾਕੀ ਨਾਲ ਕਦੇ ਪਾਣੀ ਬੰਦ ਕਰਨ ਦਾ ਯਤਨ ਕਰਨਾ, ਕਦੇ ਕੁਛ ਕਰਨ ਦਾ ਯਤਨ ਕਰਨਾ, ਪਰ ਖਾਲਸੇ ਦੇ ਹੌਸਲੇ ਸਦਾ ਬੁਲੰਦ ਤੇ ਚੜ੍ਹਦੀਆਂ ਕਲਾਂ 'ਚ ਰਹੇ, ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਹਜ਼ੂਰ ਅਗਵਾਹੀ ਦਿੰਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਕੋਲ ਇਹੋ ਜਿਹਾ ਸਤਿਗੁਰਾਂ ਜੀ ਨੇ ਜਿਹੜਾ ਸੀ ਕਠਿਨ ਸਮਾਂ ਵਰਤਾ ਦਿੱਤਾ ਕਿ ਜਦੋਂ ਲੰਗਰ ਵੀ ਮਸਤਾਨੇ ਹੋਣ ਲੱਗੇ ਤੇ ਸਤਿਗੁਰਾਂ ਜੀ ਨੇ ਇਹ ਦਰਸਾਇਆ ਕਿ ਇਹ ਜਿਹੜਾ ਸਮਾਂ ਹੈ ਇਹ ਖਾਲਸੇ ਨੂੰ ਸਗੋਂ ਸਦਾ ਲਈ ਅਮਰਾ ਪਦਵੀ ਨੂੰ ਪਹੁੰਚਾ ਦੇਵੇਗਾ, ਚੜ੍ਹਦੀ ਕਲਾ ਸਦਾ ਪੰਥ ਨੂੰ ਬਖਸ਼ੇਗਾ। ਕਿਸੇ ਸਿੱਖ ਨੇ ਆ ਕੇ ਮਹਾਰਾਜ ਨੂੰ ਪਾਰਸ ਭੇਟ ਕੀਤਾ, ਉਹ ਸਾਖੀ ਆਉਂਦੀ ਹੈ। ਮਹਾਰਾਜ ਜੀ ਨੇ ਉਹ ਪਾਰਸ ਜਿਹੜਾ ਸੀ ਖੂਹ ਵਿੱਚ ਸਿੱਟ ਦਿੱਤਾ ਸੀ ਤੇ ਉਸ ਨੇ ਜਾਣਿਆ, ਸਮਝਿਆ ਕਿ ਮਹਾਰਾਜ ਨੂੰ ਪਤਾ ਨਹੀਂ, ਸ਼ਾਇਦ ਪੱਥਰ ਜਾਣ ਕੇ ਸਿੱਟ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਨੇ ਉਹਦੇ ਮਨ ਦਾ ਸ਼ੰਕਾ ਜਾਣ ਕੇ ਕਿਹਾ ਸੀ ਕਿ ਵੇਖ ਲੈ ਭਾਈ, ਜਿਹੜਾ ਤੇਰਾ ਉਹ ਪਛਾਣ ਲੈ। ਭਰਿਆ ਹੋਇਆ ਖੂਹ ਹੀ ਪਾਰਸਾਂ ਦਾ ਵੇਖ ਕੇ ਹੈਰਾਨ ਹੋ ਗਿਆ। ਉਹ ਇਸ ਕਰਕੇ ਮਹਾਰਾਜ ਨੂੰ ਭੇਟ ਕਰ ਰਿਹਾ ਸੀ ਕਿ ਮਹਾਰਾਜ ਅਸੀਂ ਹਰੇਕ ਚੀਜ਼ ਨੂੰ ਸੋਨਾ ਬਣਾ ਕਰਕੇ ਬਹੁਤ ਭਾਰੀ ਮਾਇਆ ਨਾਲ ਇੱਥੇ ਅੰਦਰ ਰਸਤ ਪਾਣੀ ਇਕੱਠਾ ਕਰ ਸਕਦੇ ਹਾਂ। ਸੱਚੇ ਪਾਤਸ਼ਾਹ ਜੀ ਨੇ ਉਹ ਪਾਰਸ ਖੂਹ ਵਿੱਚ ਸਿੱਟਣਾ, ਸਿੱਖ ਦੇ ਸ਼ੰਕਾ ਤੋਂ ਉਹਨੂੰ ਦਿਖਾਉਣਾ ਤੇ ਫਿਰ ਜਲ ਵਰਤਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਦੇ ਸਰੀਰ ਨਾਲ ਛੋਹ ਕੇ ਜਿੱਥੇ ਜਲ ਡਿੱਗਿਆ ਉਨੀ ਧਰਤੀ ਸੋਨੇ ਦੀ ਕਰਕੇ ਵਿਖਾਤੀ। ਸਿੱਖ ਨੂੰ ਪਤਾ ਲੱਗ ਗਿਆ ਕਿ ਪੱਥਰ ਪਾਰਸ ਨਹੀਂ, ਅਸਲ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਹੀ ਪਾਰਸ ਹਨ। ਸੱਚੇ ਪਾਤਸ਼ਾਹ ਜੋ ਚਾਹੁਣ ਕਰ ਸਕਦੇ ਹੈ। ਪਾਰਸ ਤਾਂ ਫਿਰ ਵੀ ਇੱਕ ਧਾਤ ਹੀ ਮੰਨੀ ਜਾਂਦੀ ਹੈ ਨਾ, ਤੇ ਉਹ ਸੋਨਾ ਹੀ ਕਰ ਸਕਦਾ ਨਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤਾਂ ਜਿਨ੍ਹਾਂ ਦੀ ਇੱਕ ਨਿਗਾਹ ਹੀ ਪਾਰਸ ਬਣਾ ਸਕਦੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਤਿਗੁਰੂ ਖੋਟਿਓਂ ਖਰੇ ਕਰੇ, ਮਹਾਰਾਜ ਤਾਂ ਖੋਟਿਆਂ ਨੂੰ ਖਰੇ ਕਰ ਦੇਣ ਵਾਲੇ ਹੈ। ਇਉਂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੀ ਫਿਰ ਉਦੋਂ ਜਿਹੜਾ ਪ੍ਰਸ਼ਾਦੀ ਹਾਥੀ ਦਾ ਵੀ ਉੱਥੇ ਚੜ੍ਹਾਈ ਕਰਨਾ, ਇਹ ਸਾਰੇ ਜ਼ਿਕਰ ਇਤਿਹਾਸ ਵਿੱਚ ਬੜੇ ਵਿਸਥਾਰ ਪੂਰਵਕ ਲਿਖੇ ਹੋਏ ਹੈ। ਬੜਾ ਕਠਿਨਾਈ ਦਾ ਸਮਾਂ ਤੇ ਸਮੇਂ ਫਿਰ ਜਿਹੜਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਜਦੋਂ ਇਹਨਾਂ ਦਾ ਫਿਰ ਇਹ ਸੁਨੇਹਾ ਆਉਂਦਾ ਹੈ, ਕਿਉਂਕਿ ਇਤਿਹਾਸ ਨੇ ਇਹ ਜ਼ਿਕਰ ਕੀਤਾ ਹੈ ਕਿ ਫੌਜਾਂ ਦੇ ਅੰਦਰ ਵੀ ਬਗਾਵਤ ਪੈਣ ਲੱਗ ਪਈ ਸੀ। ਜਦੋਂ ਕਿਸੇ ਪਾਸੇ ਕੋਈ ਚਾਰਾ ਨਹੀਂ ਸੀ ਚੱਲਦਾ, ਕਿਉਂਕਿ ਕਿਲੇ ਦੇ ਅੰਦਰ ਵੜਨਾ ਇਹਨਾਂ ਲਈ ਨਾਮੁਮਕਿਨ ਸੀਗਾ। ਬਹੁਤ ਭਾਰੀ ਇਹਨਾਂ ਨੇ ਯਤਨ ਕੀਤੇ, ਪਰ ਕਿਲੇ ਨੂੰ ਇਹ ਸਰ ਨਹੀਂ ਸੀ ਕਰ ਪਾਏ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਇਹਨਾਂ ਨੇ ਜਿਹੜਾ ਸੀ ਪਹਾੜੀ ਰਾਜਿਆਂ ਵੱਲੋਂ ਉਹ ਆਟੇ ਦੀ ਗਊ ਬਣਾ ਕਰਕੇ ਤੇ ਮੁਸਲਮਾਨਾਂ ਵੱਲੋਂ ਕੁਰਾਨ ਸ਼ਰੀਫ ਜਿਹੜੀ ਸੀ ਧਰ ਕਰਕੇ ਤੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੁਗੰਧ ਖਾਧੀ ਸੀ ਕਿ ਮਹਾਰਾਜ ਔਰੰਗਜ਼ੇਬ ਵੀ ਇਹੋ ਚਾਹੁੰਦਾ ਹੈ, ਆਪ ਨੂੰ ਕੁਝ ਨਹੀਂ ਆਖਿਆ ਜਾਵੇਗਾ, ਤੁਸੀਂ ਇੱਕ ਵਾਰੀ ਕਿਲਾ ਖਾਲੀ ਕਰ ਦਿਓ, ਮਹਾਰਾਜ ਸਾਡੀ ਵੀ ਜਿਹੜੀ ਹੈ ਬੰਦ ਖਲਾਸੀ ਹੋਵੇਗੀ। ਕਿਉਂਕਿ ਫੌਜ ਵਿੱਚ ਬੜੀ ਬੁਰੀ ਤਰ੍ਹਾਂ ਬਿਮਾਰੀ ਵੀ ਫੈਲ ਰਹੀ ਸੀ ਤੇ ਘਾਹ ਪੱਠਾ ਵੀ ਬਹੁਤ ਔਖਾ ਪ੍ਰਾਪਤ ਹੋ ਰਿਹਾ ਸੀ। ਬਹੁਤ ਜ਼ਿਆਦਾ ਫੌਜੀ ਬਗਾਵਤ 'ਤੇ ਉਤਰੇ ਪਏ ਸਨ। ਇਉਂ ਹਾਲਾਤ ਚੰਗੇ ਨਹੀਂ ਸੀਗੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ
ਪਕੜਨ ਦੀਆਂ ਜਿਹੜੀਆਂ ਸੀ ਉਹ ਨਰੰਗਾ ਉੱਥੇ ਬੈਠਾ ਸੁਪਨੇ ਵੇਖਦਾ, ਬੜਾ ਜ਼ਿਆਦਾ ਜਿਹੜਾ ਸੀ ਉਹ ਹੁਕਮ ਚਾੜਦਾ ਸੀਗਾ ਸਖਤ। ਪਰ ਇੱਧਰੋਂ ਵੱਡੇ ਵੱਡੇ ਸੈਨਾਪਤੀ ਸਭ ਸਿਥਲ ਹੋ ਗਏ, ਕਿਸੇ ਦਾ ਕੋਈ ਚਾਰਾ ਨਹੀਂ ਸੀ ਚੱਲ ਰਿਹਾ। ਤੇ ਜਦੋਂ ਸਤਿਗੁਰਾਂ ਜੀ ਦੇ ਅੱਗੇ ਇਹ ਬੇਨਤੀ ਘੱਲੀ, ਮਹਾਰਾਜ ਜੀ ਨੇ ਉਸੇ ਵੇਲੇ ਹੀ ਇਨਕਾਰ ਕਰ ਦਿੱਤਾ, ਕਿਉਂਕਿ ਸਤਿਗੁਰਾਂ ਜੀ ਨੇ ਉਸ ਸਮੇਂ ਆਪਣੇ ਖਾਲਸੇ ਨੂੰ ਦਰਸਾਇਆ ਕਿ ਜਿਹੜਾ ਧਰਮ ਦੇ ਅਕੀਦੇ ਦੇ ਉੱਤੇ ਨਹੀਂ ਰਹਿੰਦਾ, ਭਾਵ ਜਿਹੜਾ ਕੋਈ ਖੋਟੀ ਰਾਜਨੀਤੀ ਖੇਡਦਾ ਹੈ ਤੇ ਉਹਦਾ ਵਿਸ਼ਵਾਸ ਕਰਨਾ ਸਦਾ ਵਾਸਤੇ ਧੋਖੇ ਵਿੱਚ ਆ ਜਾਣਾ ਹੁੰਦਾ ਹੈ। ਜੇ ਇਹੋ ਜਿਹੇ ਮਨੁੱਖ ਦਾ ਕੋਈ ਵਿਸ਼ਵਾਸ ਕਰੇ ਤੇ ਸਦਾ ਲਈ ਉਹਨੂੰ ਧੋਖਾ ਹੀ ਹੋਵੇਗਾ, ਕਦੇ ਵਾਸਤੇ ਜਿਹੜਾ ਹੈ ਉਹ ਜਿਹੜਾ ਇਸ ਸੰਬੰਧ ਵਿੱਚ ਉਹਨੂੰ ਲਾਭ ਨਹੀਂ ਹੋ ਸਕਦਾ, ਕਦੇ ਫਾਇਦਾ ਨਹੀਂ ਹੋ ਸਕਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦਰਸਾਉਂਦਿਆਂ ਹੋਇਆਂ ਉਸ ਸਮੇਂ ਇਨਕਾਰ ਕਰ ਦਿੱਤਾ ਸੀਗਾ। ਪਰ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਿੰਘਾਂ ਦਾ ਬਾਰ-ਬਾਰ ਸਤਿਗੁਰਾਂ ਜੀ ਨੂੰ ਬੇਨਤੀ ਕਰਨੀ, ਤੇ ਮਾਤਾ ਜੀ ਦਾ ਵੀ ਸਤਿਗੁਰਾਂ ਜੀ ਦੇ ਅੱਗੇ ਇਹ ਬੇਨਤੀ ਕਰਨਾ ਕਿ ਮਹਾਰਾਜ ਅਸੀਂ ਹੁਣ ਉਹ ਆਪ ਕਹਿੰਦੇ ਆ ਤੇ ਕਿਲ੍ਹਾ ਛੱਡ ਜਾਈਏ। ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਤੱਖ ਦਰਸਾਇਆ, ਖਾਲਸਾ ਜੀ ਇਹ ਚਾਲਬਾਜ਼ ਹਨ, ਇਹਨਾਂ ਦੀ ਕਈ ਗੱਲ ਦੇ ਉੱਤੇ ਕਿਵੇਂ ਤੁਸੀਂ ਵਿਸ਼ਵਾਸ ਕਰਨਾ ਚਾਹੁੰਦੇ ਹੋ। ਇਹ ਕਦਾਚਿਤ ਵੀ ਜਿਹੜੀ ਇਹ ਕੀਤੀ ਹੋਈ ਇਹਨਾਂ ਨੇ ਸੁਗੰਧ ਹੈ ਨਾ, ਜਿਹੜੀ ਸਹੁੰ ਖਾਧੀ ਹੈ, ਇਹਦੇ ਉੱਤੇ ਕਾਇਮ ਨਹੀਂ ਰਹਿਣਗੇ। ਕਿਉਂਕਿ ਜਿਹੜੇ ਬੰਦੇ ਨੇ ਬਾਹਰੋਂ ਕੇਵਲ ਧਰਮ ਦਾ ਜਿਹੜਾ ਹੈ ਮੁਖੌਟਾ ਹੀ ਪਾਇਆ ਹੋਇਆ ਹੈ, ਤੇ ਉਹ ਧਰਮ ਦੀ ਸਹੁੰ ਉਠਾਵੇ ਤੇ ਕਦੋਂ ਫਿਰ ਉਹਦੇ 'ਤੇ ਕਾਇਮ ਰਹੇਗਾ? ਕਦੇ ਵੀ ਨਹੀਂ ਕਾਇਮ ਰਹਿ ਸਕਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਆਪਣੇ ਖਾਲਸੇ ਨੂੰ ਇਸ ਤਰ੍ਹਾਂ ਦਾ ਸਾਰਾ ਭੇਦ ਦੱਸਿਆ। ਪਰ ਸਿੰਘ ਭਾਵੇਂ ਕਿ ਅਸੀਂ ਉਹ ਸੋਚਦੇ ਹਾਂ ਕਿ ਉਸ ਸਮੇਂ ਮਹਾਰਾਜ ਦਾ ਉਹਨਾਂ ਨੂੰ ਬਚਨ ਮੰਨਣਾ ਚਾਹੀਦਾ ਸੀ, ਠੀਕ ਮੰਨਣਾ ਚਾਹੀਦਾ ਸੀ, ਪਰ ਉਹ ਵੀ ਉਸ ਸਮੇਂ ਇਹੋ ਜਿਹਾ ਬੜਾ ਜ਼ਿਆਦਾ ਔਖਾ ਸਮਾਂ ਸੀਗਾ ਕਿ ਸੂਈ ਦੇ ਨੱਕੇ ਵਿੱਚ ਲੰਘ ਜਾਣ ਵਾਲੀ ਗੱਲ ਸੀ, ਇੰਨੀ ਕਠਿਨਾਈ ਸੀ। ਸੱਚੇ ਪਾਤਸ਼ਾਹ ਜੀ ਦੇ ਅੱਗੇ ਜਦੋਂ ਪੁਰਜ਼ੋਰ ਬੇਨਤੀ ਕੀਤੀ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ, ਚੰਗਾ ਖਾਲਸਾ ਜੀ, ਜਿਵੇਂ ਪਿਤਾ ਨੂੰ ਗਰਸ ਕੇ ਮਨਾ ਹੀ ਲੈਂਦਾ ਨਾ ਪੁੱਤਰ, ਇਉਂ ਖਾਲਸੇ ਨੇ ਜਦੋਂ ਮਹਾਰਾਜ ਸਾਹਿਬ ਜੀ ਨੂੰ ਬਹੁਤ ਗਰਸ ਕੇ ਬੇਨਤੀ ਕੀਤੀ ਤੇ ਹਜੂਰ ਨੇ ਕਿਹਾ, ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਖਾਲਸਾ ਜੀ ਤਿਆਰੀ ਕਰ ਲਓ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਜਿਵੇਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਤਿਆਰੀ ਕੀਤੀ ਹੈ। ਇਹ 20 ਅਤੇ 21 ਦਸੰਬਰ ਦੀ ਜਿਹੜੀ ਰਾਤ ਦਾ ਸਮਾਂ ਹੈ, ਇਹ ਸੱਚੇ ਪਾਤਸ਼ਾਹ ਜੀ ਦੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਛੱਡਦੇ ਆ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਅਤੇ ਫਿਰ ਵੀ ਮਹਾਰਾਜ ਸਾਹਿਬ ਜੀ ਨੇ ਉਹਨਾਂ ਦਾ ਪਾਜ ਉਘੇੜਨ ਦੇ ਲਈ ਜਦੋਂ ਸ਼ਾਮ ਦਾ ਵਕਤ ਸੀਗਾ ਤੇ ਮਹਾਰਾਜ ਸਾਹਿਬ ਜੀ ਨੇ ਬਹੁਤ ਸਾਰੇ ਗੱਡੇ ਜਿਹੜੇ ਸੀ ਨਾ, ਉਹਨਾਂ ਵਿੱਚ ਬਹੁਤ ਜ਼ਿਆਦਾ ਇਉਂ ਜਿਹੜੇ ਘੋੜੇ ਸ਼ਹੀਦ ਹੋ ਚੁੱਕੇ ਸੀ, ਉਹਨਾਂ ਦੇ ਪਿੰਜਰ ਆਦਿਕ ਤੇ ਟੁੱਟੀਆਂ ਢਾਲਾਂ ਆਦਿਕ, ਹੋਰ ਜਿਹੜੇ ਚਮੜੇ ਦੇ ਛਿੱਤਰ ਆਦਿਕ ਜਿਹੜੇ ਸੀ, ਉਹਨਾਂ 'ਚ ਭਰਵਾ ਕੇ ਨਾ ਉੱਤੋਂ ਦੀ ਮਹਾਰਾਜ ਸਾਹਿਬ ਜੀ ਨੇ ਪਸ਼ਮੀਨੇ ਦੇ ਵਸਤਰ ਤੇ ਸੋਨੇ ਦੀਆਂ ਡੋਰਾਂ ਘਸਾਤੀਆਂ। ਤੇ ਜਦੋਂ ਉਹ ਗੱਡਿਆਂ ਦੀ ਲਾਰ ਮਹਾਰਾਜ ਸਾਹਿਬ ਜੀ ਨੇ ਤੋਰੀ ਤੇ ਉਸ ਸਮੇਂ ਫਿਰ ਪਹਾੜੀਏ ਤੇ ਜਿਹੜੇ ਤੁਰਕ ਸੈਨਾਪਤੀ ਸੀ, ਇਹ ਕੁਰਾਨ ਦੀ ਖਾਧੀ ਕਸਮ ਉਹਨਾਂ ਨੂੰ ਭੁੱਲ ਹੀ ਗਈ। ਆਟੇ ਦੀ ਗਊ ਬਣਾ ਕਰਕੇ ਤੇ ਸ਼੍ਰੀਮਦ ਭਾਗਵਤ ਗੀਤਾ ਦੇ ਉੱਤੇ ਹੱਥ ਰੱਖ ਕਰਕੇ ਜਿਹੜਾ ਸੀ ਪਹਾੜੀ ਰਾਜਿਆਂ ਦੇ ਨੁਮਾਇੰਦੇ ਨੇ ਸਹੁੰ ਖਾਧੀ ਸੀਗੀ, ਅੱਗੇ ਆ ਕਰਕੇ ਸਭ ਭੁੱਲ ਗਈਆਂ। ਤੇ ਗੁਰੂ ਜੀ ਦਾ ਖਜ਼ਾਨਾ ਸਮਝ ਕੇ ਕਿ ਖਜ਼ਾਨਾ ਜਾ ਰਿਹਾ ਤੇ ਲੁੱਟਣ ਵਾਸਤੇ ਫਿਰ ਉਹਨਾਂ ਨੇ ਜਿਹੜਾ ਸੀ ਸਾਰਾ ਸਹੁੰਆਂ ਤੋੜ ਕਰਕੇ ਹਮਲਾ ਬੋਲ ਦਿੱਤਾ। ਤੇ ਜਦੋਂ ਜਾ ਕਰਕੇ ਹਮਲਾ ਬੋਲਿਆ, ਵੇਖਿਆ ਕਿ ਪਸ਼ਮੀਨੇ ਦੇ ਬਸਤਰ ਹਟਾ ਕੇ ਵਿੱਚ ਤਾਂ ਘੋੜਿਆਂ ਦੇ ਪਿੰਜਰ ਵੈ, ਟੁੱਟੀਆਂ ਹੋਈਆਂ ਢਾਲਾਂ ਤੇ ਛਿੱਤਰ ਆਦਿਕ ਪਏ ਹੋਏ ਐ। ਬਹੁਤ ਵੇਖ ਕਰਕੇ ਤੇ ਸਮੇਂ ਸ਼ਰਮਿੰਦੇ ਹੋਏ। ਇਹ ਇਤਿਹਾਸ ਨੇ ਜ਼ਿਕਰ ਕੀਤਾ ਕਿ ਪਹਿਲੀ ਵਾਰ ਇਵੇਂ ਸਤਿਗੁਰਾਂ ਜੀ ਨੇ ਉਹਨਾਂ ਦਾ ਚਿਹਰਾ ਆਪਣੇ ਖਾਲਸੇ ਨੂੰ ਦਿਖਾ ਦਿੱਤਾ ਸੀ ਕਿ ਇਹੋ ਜਿਹੇ ਮਨੁੱਖ ਦੀ
ਜਿਹੜੀ ਹੈ ਉਹ ਕਿਸੇ ਪ੍ਰਕਾਰ ਦਾ ਵੀ ਭਾਵੇਂ ਭਰੋਸਾ ਦੇਵੇ, ਧਰਮ ਦੀ ਸਹੁੰ ਖਾਵੇ, ਉਹਦੇ ਉੱਤੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ, ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਤਿਹਾਸ ਸਦਾ ਲਈ ਕੌਮਾਂ ਦੀ ਰਹਿਨੁਮਾਈ ਕਰਦਾ ਹੈ। ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਇਤਿਹਾਸ ਸਦਾ ਹੀ ਪੰਥ ਵਾਸਤੇ ਚਾਨਣ ਮੁਨਾਰੇ ਦਾ ਕਾਰਜ ਕਰਦਾ ਰਿਹਾ ਤੇ ਕਰਦਾ ਰਹੇਗਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇਸ ਇਤਿਹਾਸ ਦੇ ਅੰਦਰ ਇੰਨੀ ਜਾਨ ਪਾ ਦਿੱਤੀ ਹੈ ਕਿ ਇਹ ਜੀਂਦਾ ਜਾਗਦਾ ਇਤਿਹਾਸ ਹੈ। ਸੱਚੇ ਪਾਤਸ਼ਾਹ ਜੀ ਦਾ ਧਰਤੀ ਦੀ ਛਾਤੀ ਤੇ ਉਕਰਿਆ ਹੋਇਆ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਜਦੋਂ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤਿਆਰਾ ਕੀਤਾ ਸੀ ਚੱਲਣ ਦਾ, ਉਹ ਪ੍ਰਸੰਗ ਜਿਵੇਂ ਆ ਰਿਹਾ ਹੈ ਤੇ ਆਪਾਂ ਅੱਜ ਜੋ ਹੈ ਆਰੰਭਤਾ ਹੋਈ ਹੈ, ਇਸ ਕਰਕੇ ਤੇ ਫਿਰ ਅੱਗੇ ਤੋਂ ਅੱਗੇ ਜਿਹੜਾ ਜਿਹੜਾ ਦਿਹਾੜਾ ਹੋਵੇਗਾ ਉਸ ਦਿਹਾੜੇ ਦਾ ਚੋਣਵਾਂ ਪ੍ਰਸੰਗ ਆਪਾਂ ਜੋ ਹੈ ਉਹ ਸਰਵਣ ਕਰਾਂਗੇ। ਚਮਕੌਰ ਸਾਹਿਬ ਦੇ ਯੁੱਧ ਦਾ ਵਿਸਥਾਰ ਤਾਂ ਬਹੁਤ ਹੈ, ਪਰ ਉਹਦੇ ਵਿੱਚੋਂ ਚੋਣਵੀਂ ਕਥਾ ਆਪਾਂ ਜਿਹੜੀ ਹੈ ਉਹ ਸਰਵਣ ਕਰਾਂਗੇ। ਸ੍ਰੀ ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਕਿਵੇਂ ਛੱਡਦੇ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਬਨ ਸੁਨਿਓ ਗੁਰ ਬਾਕ ਕੋ। ਸੱਚੇ ਪਾਤਸ਼ਾਹ ਜੀ ਦਾ ਜਦੋਂ ਬਚਨ ਹੋਇਆ, ਮਹਾਰਾਜ ਸਾਹਿਬ ਜੀ ਸਿੰਘਾਂ ਦੇ ਗਰਸਣ ਤੋਂ, ਮਾਤਾ ਜੀ ਦੇ ਬੇਨਤੀ ਕਰਨ ਤੋਂ ਜਦੋਂ ਕਿਲ੍ਹਾ ਛੱਡਣ ਲਈ ਤਿਆਰ ਹੋਏ, ਫਿਰ ਹਜ਼ੂਰ ਨੇ ਸਭ ਦੇ ਤਾਈਂ ਜਦੋਂ ਹੁਕਮ ਕੀਤਾ, ਮਹਾਰਾਜ ਦਾ ਹੁਕਮ ਸਭ ਦੇ ਤਾਈਂ ਜਦੋਂ ਸੁਣਿਆ ਏ, ਭਏ ਤਿਆਰ ਸਮੁਦਾਏ। ਸਾਰੇ ਚੱਲਣ ਲਈ ਤਿਆਰ ਹੋ ਗਏ ਨੇ। ਆਯੁੱਧ ਗਨ ਸਿੰਘਨ ਧਰੇ। ਬਹੁਤ ਸ਼ਸਤਰਧਾਰੀ ਸਿੰਘਾਂ ਨੇ ਜਿਹੜੇ ਸੀ ਹੁਣ ਚਾਲਾ ਪਾਉਣਾ ਹੈ ਤੇ ਸ਼ਸਤਰਾਂ ਨੂੰ ਚੰਗੀ ਤਰ੍ਹਾਂ ਆਪਣੇ ਵੱਧ ਸ਼ਸਤਰ ਸਜਾ ਲਏ ਹੈ, ਕਿਉਂਕਿ ਜਦੋਂ ਇੱਕ ਮੁੱਖ ਪੜਾਅ ਹੋਵੇ, ਜਿਵੇਂ ਕਿਲੇ ਦਾ ਆਸਰਾ ਹੋਵੇ, ਫਿਰ ਤਾਂ ਪਿੱਛੋਂ ਹੋਰ ਮਨੀਸ਼ਨ ਜਿਹੜਾ ਹੈ ਉਹ ਨਾਲ ਦੀ ਨਾਲ ਪਹੁੰਚਦਾ ਹੋ ਜਾਂਦਾ ਹੈ। ਪਰ ਹੁਣ ਤਾਂ ਸਿੰਘਾਂ ਨੂੰ ਪਤਾ ਹੈ ਕਿ ਕਿਲ੍ਹਾ ਖਾਲੀ ਕਰ ਚੱਲੇ ਆ ਤੇ ਵੱਧ ਤੋਂ ਵੱਧ ਸ਼ਸਤਰ ਜਿਹੜੇ ਆ ਸਿੰਘਾਂ ਨੇ ਆਪਦੇ ਕਮਰ ਕੱਸਿਆਂ ਵਿੱਚ ਸਜਾ ਲਏ ਆ। ਹੋਏ ਸਾਵਧਾਨ ਤਦਾਏ। ਤੇ ਤਦੋਂ ਸਾਰੇ ਸਾਵਧਾਨ ਹੋ ਗਏ ਨੇ। ਚੌਪਈ ਆਪਣੇ ਆਪਣੇ ਬੰਦ ਬੰਦ ਭਾਰ। ਆਪੋ ਆਪਣੇ ਸਮਾਨ ਨੂੰ ਬੰਨ ਬੰਨ ਕਰਕੇ ਸ਼ਸਤਰ ਧਰੇ ਸਿਰ ਲੀਨਸ ਧਾਰ। ਤੇ ਸ਼ਸਤਰ ਧਾਰਨ ਕਰ ਲਏ ਐ, ਸ਼ਸਤਰਾਂ ਨੂੰ ਕਮਰ ਕੱਸਿਆਂ 'ਚ ਸਜਾ ਲਿਆ ਹੈ। ਇਉਂ ਜਿਨ੍ਹਾਂ ਨੇ ਵਹੀਰ ਸੀਗਾ ਜਿਹੜਾ, ਉਹਨਾਂ ਨੂੰ ਭਾਰ ਜਿਹੜੇ ਆਪੋ ਆਪਣੀਆਂ ਗੰਢਾਂ ਬੰਨ੍ਹ ਲਈਆਂ ਜ਼ਰੂਰੀ ਸਮਾਨ ਦੀਆਂ। ਜਿਸ ਕੋ ਸ਼ਕਤ ਉਠਾਵਨ ਕੇਰੀ। ਜਿਹਦੇ ਵਿੱਚ ਸ਼ਕਤੀ ਹੈਗੀ, ਬਲ ਹੈਗੀ ਹੈ, ਬਲ ਹੈਗਾ ਭਾਰ ਦੇ ਚੁੱਕਣ ਦਾ। ਸੋ ਤਿਨ ਸੀਸ ਧਰੀ ਤਿਸ ਬੇਰੀ। ਉਸ ਨੇ ਆਪਣੀ ਬੰਨੀ ਹੋਈ ਗੰਢ ਜਿਹੜੀ ਤੇ ਸਮੇਂ ਸਿਰ ਤੇ ਧਰ ਲੈਣਾ ਕੀਤੀ। ਚਾਰ ਘਟੀ ਜਬ ਨਿਸਾ ਗੁਜਾਰੀ। ਜਦੋਂ 4 ਘੜੀਆਂ ਇਉਂ ਰਾਤ ਬਤੀਤ ਹੋ ਗਈ, ਨੀਕੇ ਭਈ ਸਭਨ ਕੀ ਤਿਆਰੀ। ਚੰਗੀ ਤਰ੍ਹਾਂ ਸਭ ਦੀ ਤੇ ਸਮੇਂ ਤਿਆਰੀ ਹੋ ਗਈ ਚੱਲਣ ਦੀ। ਸ੍ਰੀ ਮੁਖ ਤੇ ਤਬ ਹੁਕਮ ਬਖਾਨਾ। ਸੱਚੇ ਪਾਤਸ਼ਾਹ ਜੀ ਨੇ ਤੇ ਸਮੇਂ ਆਪਣੇ ਸ਼੍ਰੀ ਮੁਖ ਤੋਂ ਮਹਾਰਾਜ ਜੀ ਨੇ ਹੁਕਮ ਕਹਿਣਾ ਕੀਤਾ। ਕਰੈ ਇਕੱਤਰ ਬਹੀਰ ਪਿਆਨਾ। ਮਹਾਰਾਜ ਜੀ ਨੇ ਆਗਿਆ ਕੀਤੀ ਕਿ ਜਿਹੜਾ ਵਹੀਰ ਹੈ ਉਹ ਸਾਰਾ ਜਿਹੜਾ ਇਕੱਠਾ ਹੋ ਕਰਕੇ ਚੱਲਣਾ ਕਰੇ। ਵਹੀਰ ਵਿੱਚ ਇਹ ਸਤਿਗੁਰਾਂ ਜੀ ਨੇ 3 ਜਥੇ ਬੰਨ੍ਹ ਦਿੱਤੇ ਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਸਭ ਤੋਂ ਪਹਿਲਾਂ ਤਾਂ ਵਹੀਰ, ਜਿਹਦੇ ਵਿੱਚ ਬੀਬੀਆਂ, ਬਜ਼ੁਰਗ ਤੇ ਬੱਚੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇਸੇ ਹੀ ਵਹੀਰ ਵਿੱਚ ਸਨ। ਤੇ ਫਿਰ ਦੂਸਰਾ ਜਥਾ ਸੱਚੇ ਪਾਤਸ਼ਾਹ ਜੀ ਨੇ ਬੰਨ੍ਹਿਆ ਸੀਗਾ। ਜਿਹੜੇ 100 ਸਿੰਘ ਸੀਗੇ ਉਹ ਸੱਚੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਸਾਹਿਬ ਜੀ ਦੀ ਤਾਬਿਆ ਦਿੱਤੇ ਸੀ ਤੇ ਆਗਿਆ ਕੀਤੀ ਸੀ ਕਿ ਆਪਣੀਆਂ ਮਾਤਾਵਾਂ ਨੂੰ ਤੁਸੀਂ ਦਿੱਲੀ ਵੱਲ ਨੂੰ ਲੈ ਕੇ ਕੂਚ ਕਰ ਜਾਓ। ਇਹ ਸੱਚੇ ਪਾਤਸ਼ਾਹ ਨੇ ਦੂਸਰਾ ਜਥਾ ਬੰਨ੍ਹਿਆ ਸੀਗਾ
ਤੇ ਤੀਸਰਾ ਸੱਚੇ ਪਾਤਸ਼ਾਹ ਜੀ ਨੇ ਜਥੇ ਦੀ ਕਮਾਂਡ ਮਹਾਰਾਜ ਨੇ ਆਪਣੇ ਕਰ ਕਮਲਾਂ 'ਚ ਲਈ ਸੀ। ਜਿਹੜੇ ਤਿਆਰ ਪਰ ਤਿਆਰ ਜੁਝਾਰੂ ਲੜਾਕੂ ਸਿੰਘ ਸੂਰਮੇ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਆਪ ਅਗਵਾਈ ਦਿੰਦਿਆਂ ਹੋਇਆਂ ਮਹਾਰਾਜ ਨੇ ਫਿਰ ਜਦੋਂ ਤੀਸਰੇ ਥਾਂ ਤੇ ਮਹਾਰਾਜ ਆਪ ਕਿਲੇ 'ਚੋਂ ਜਦੋਂ ਤੁਰਦੇ ਐ, ਉਹ ਕਵਿਰਾਜ ਪ੍ਰਸੰਗ ਕਹਿੰਦੇ ਹਨ। ਸੁਨ ਆਇਸ ਕੋ ਨਰ ਚੱਲ ਪਰੇ। ਮਹਾਰਾਜ ਦੀ ਆਗਿਆ ਹੋਈ ਤੇ ਸੁਣ ਕਰਕੇ ਸਾਰੇ ਤਿਸ ਸਮੇਂ ਚੱਲ ਪਏ। ਦੁਰਗ ਵਹਿਰ ਨਿਕਸੇ ਦੁਖ ਭਰੇ। ਬਹੁਤ ਸਭ ਦੇ ਮਨ ਜਿਹੜੇ ਆ ਦੁਖੀ ਹਨ ਤੇ ਦੁਰਗ ਕਿਲੇ ਤੋਂ ਬਾਹਰ ਨਿਕਲੇ ਐ ਸਾਰੇ। ਪੂਰਬ ਦਿਸ਼ ਕੋ ਮੁਖ ਕਰ ਚੱਲੇ। ਇਥੋਂ ਪੂਰਬ ਦੀ ਦਿਸ਼ਾ ਵੱਲ ਨੂੰ ਭਾਵ ਕੀਰਤਪੁਰ ਸਾਹਿਬ ਵੱਲ ਨੂੰ ਸਾਰੇ ਮੁਖ ਕਰਕੇ ਤੁਰ ਪਏ ਐ। ਕੋ ਆਗੈ ਕੋ ਪਾਛੈ ਮਿਲੇ। ਕੋਈ ਅੱਗੇ ਐ ਕੋਈ ਪਿੱਛੇ ਐ, ਇਉਂ ਬਹੀਰ ਜਿਹੜਾ ਹੈ ਉਹ ਸਾਰਾ ਇਕੱਠਾ ਹੋ ਕਰਕੇ ਤੁਰ ਪਿਆ। ਪਹਿਰ ਨਿਸਾ ਬੀਤੀ ਜਿਸ ਕਾਲਾ। ਜਦੋਂ ਪਹਿਰ ਰਾਤ ਬੀਤ ਗਈ ਐ, ਮਾਤਾ ਤਿਆਰ ਸਮਾਜ ਸੰਭਾਲਾ। ਮਾਤਾ ਜੀ ਤਿਆਰ ਹੋਏ ਤੇ ਸਮਾਨ ਸਾਰਾ ਸੰਭਾਲਿਆ ਏ। ਇੱਕ ਖੱਚਰ ਪਰ ਲਾਦੀ ਮੋਹਰੈਂ। ਇੱਕ ਖੱਚਰ ਦੇ ਉੱਤੇ ਜਿਹੜੀਆਂ ਸੀ ਨਾ ਉਹ ਮੋਹਰਾਂ ਮਾਤਾ ਜੀ ਨੇ ਲੱਦ ਲਈਆਂ। ਇੱਕ ਦੋਏ ਦਾਸ ਚੱਲੇ ਕਰ ਮੋਹਰੈ। ਤੇ ਇੱਕ ਦੋ ਸੇਵਕ ਜਿਹੜੇ ਸੀ ਉਹ ਮੂਹਰੇ ਜਿਹੜੇ ਸੀ ਉਹ ਖੱਚਰ ਨਾਲ ਚਲਾਉਣ ਵਾਸਤੇ ਉਹਨੂੰ ਲਾ ਲਏ। ਲਗ ਪਾਉਤਰੇ ਦੋਨੋਂ ਲੈ ਸਾਥ। ਮਾਤਾ ਸਾਹਿਬ ਜੀ ਦੋਵਾਂ ਆਪਣੇ ਪੋਤਰਿਆਂ ਨੂੰ ਭਾਵ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਸਯੰਦਨ ਚੜ੍ਹੋ ਕਹਿਓ ਗੁਰਨਾਥ। ਮਾਲਕ ਸਤਿਗੁਰਾਂ ਜੀ ਨੇ ਜਦੋਂ ਇਉਂ ਆਗਿਆ ਕੀਤੀ ਤੇ ਮਾਤਾ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਨੂੰ ਨਾਲ ਲੈ ਕਰਕੇ ਰਥ ਦੇ ਉੱਤੇ ਮਾਤਾ ਜੀ ਅਸਵਾਰ ਹੋਏ ਐ। ਪ੍ਰਥਮ ਆਪਨ ਤੇ ਦੂ ਚੜਾਏ। ਇਹ ਸੱਚੇ ਪਾਤਸ਼ਾਹ ਨੇ ਦੋਵੇਂ ਜਥੇ ਨਾ ਆਪਣੇ ਤੋਂ ਪਹਿਲਾਂ ਮਹਾਰਾਜ ਨੇ ਤੋਰ ਦਿੱਤੇ। ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ 100 ਸਿੰਘ ਦਿੱਤੇ ਸੀ ਤਿਆਰ ਪਰ ਤਿਆਰ ਨਾਲ। ਤੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਇਹ ਸਤਿਗੁਰਾਂ ਜੀ ਨੇ ਆਗਿਆ ਕੀਤੀ ਸੀ ਆਪਣੀਆਂ ਮਾਤਾਵਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਜਾਣਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰਾ ਵਹੀਰ ਜਿਹੜਾ ਹੈ ਉਹ ਤੋਰਿਆ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ, ਇਉਂ ਸੱਚੇ ਪਾਤਸ਼ਾਹ ਨੇ ਦੋਵੇਂ ਜਿਹੜੇ ਦਲ ਸੀ ਦੋਵੇਂ ਜਥੇ ਬੰਨੇ ਹੋਏ ਉਹ ਤੋਰ ਦਿੱਤੇ ਆ। ਬਹੁਰ ਚੜੀ ਮਾਤਾ ਸਹਸਾਏ। ਇਉਂ ਮਾਤਾ ਜੀ ਫਿਰ ਬੋਰੋ ਚੜੇ ਆ ਉਸ ਵਹੀਰ ਦੇ ਨਾਲ ਬੜੀ ਛੇਤੀ ਨਾਲ। ਸਤਗੁਰ ਮਹਿਲ ਸੁੰਦਰੀ ਮਾਤ। ਸਤਿਗੁਰਾਂ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਰ ਸਾਹਿਬ ਦੇਵੀ ਚਿਤ ਸ਼ਾਂਤ। ਅਤੇ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਦਾ ਸ਼ਾਂਤ ਚਿੱਤ ਹੈ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੀ ਝੋਲੀ ਪੰਥ ਪਾਇਆ ਏ। ਨਮੋ ਕਰੀ ਗੁਰ ਕਉ ਕਰ ਜੋਰੇ। ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਚੱਲਣ ਵੇਲੇ ਜਦੋਂ ਮਹਾਰਾਜ ਤੋਂ ਵਿਛੜਨ ਲੱਗੇ ਐ, ਮਾਤਾ ਸੁੰਦਰ ਕੌਰ ਜੀ ਨੇ ਚਰਨ ਪਰਸੇ ਆ ਹਜੂਰ ਦੇ। ਮਾਤਾ ਸਾਹਿਬ ਕੌਰ ਜੀ ਨੇ ਵੀ ਚਰਨ ਪਰਸੇ ਹਨ। ਦੋਨੋਂ ਤਬ ਅਰੂਢ ਕਰ ਡੋਰੇ। ਤੇ ਡੋਲਿਆਂ ਵਿੱਚ ਮਾਤਾ ਜੀ ਅਤੇ ਸਮੇਂ ਅਸਵਾਰ ਹੋ ਗਏ ਹਨ। ਆਇਸ ਪਾਏ ਨਿਕਸ ਕਰ ਚਾਲੀ। ਆਗਿਆ ਪਾ ਕਰਕੇ ਹਜੂਰ ਦੀ ਤੇ ਇਹ ਵੀ ਜਿਹੜਾ ਜਥਾ ਸੀ ਬਾਹਰ ਨਿਕਲ ਕੇ ਤੁਰ ਪਿਆ ਕਿਲੇ ਤੋਂ। ਸਿਆਮ ਜਾਮਨੀ ਬਹੁਤ ਤਮ ਵਾਲੀ। ਬਹੁਤ ਹਨੇਰੇ ਵਾਲੀ ਕਾਲੀ ਬੋਲੀ ਰਾਤ ਹੈ। ਇਤਿਹਾਸਕਾਰਾਂ ਲਿਖਿਆ ਕਿ ਉਸ ਸਮੇਂ ਥੋੜੀ ਥੋੜੀ ਕਿਣਮਿਣ ਹੁੰਦੀ ਸੀ। ਇਹ ਪੋਹ ਦੀਆਂ ਠੰਡੀਆਂ ਰਾਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਜਦੋਂ ਖੇਰੂ ਖੇਰੂ ਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਦੂਸਰਾ ਜਥਾ ਵੀ ਤੁਰ ਪਿਆ। ਅਪਰ ਜੇ ਨਰ ਨਹਿ ਲਰਨੇ ਹਾਰੇ। ਹੋਰ ਜਿਹੜੇ ਨਾਲ ਹਨ ਜਿਹੜੇ ਯੁੱਧ ਲੜਨ ਵਾਲੇ ਨਹੀਂ ਹਨ, ਸੋ ਮਿਲ ਮਿਲ ਕਰ ਵਹਿਰ ਪਧਾਰੇ। ਉਹ ਮਿਲ ਮਿਲ ਕੇ ਸਾਰੇ ਜਿਹੜੇ ਐ ਬਾਹਰ ਨੂੰ ਚੱਲ ਪਏ ਐ। ਗਇਓ ਬਹੀਰ ਉਲੰਘ ਕਈ ਕੋਸ। ਕਈ ਕੋਹ ਤੱਕ ਜਦੋਂ ਬਹੀਰ ਲੰਘ ਗਿਆ ਏ। ਬੈਠੇ ਸਤਗੁਰ ਦੁਰਗ ਸਰੋਸ। ਸਹਿਤ ਰੋਸ ਦੇ ਭਾਵ ਵੀਰ ਰਸ ਦੇ ਸਹਿਤ ਸੱਚੇ ਪਾਤਸ਼ਾਹ ਆਪ ਕਿਲੇ ਦੇ ਅੰਦਰ ਹੀ ਸਜੇ ਬੈਠੇ ਹਨ। ਸਨੇ ਸਨੇ ਸਭ ਕਰ ਕਰ ਤਿਆਰ। ਹੌਲੀ ਹੌਲੀ ਸਾਰੇ ਜਦੋਂ ਮਹਾਰਾਜ ਦੀ ਆਗਿਆ ਹੋਈ ਹੈ ਤੇ ਤਿਆਰ ਕਰ ਕਰਕੇ ਸਤਿਗੁਰਾਂ ਨੇ ਤੋਰੇ ਹੈ। ਚੱਲੇ ਲੋਕ ਸਭ ਪੰਥ ਮਝਾਰ। ਮਹਾਰਾਜ ਦੀ ਆਗਿਆ ਹੋਣ ਕਰਕੇ ਸਾਰੇ ਲੋਕ ਜਿਹੜੇ ਹੈ
ਆਨੰਦਪੁਰ ਸਾਹਿਬ ਤੋਂ ਚੱਲ ਪਏ ਰਸਤੇ ਤੇ। ਸਾਵਧਾਨ ਜੋ ਸ਼ਸਤਰ ਸਮੇਤ, ਜਿਹੜੇ ਸਾਵਧਾਨ ਹਨ ਸੂਰਬੀਰ ਯੋਧੇ ਸ਼ਸਤਰ ਧਾਰੀ, ਰਖੇ ਸਿੰਘ ਟਿਗ ਲਰਬੇ ਹੇਤ। ਜਿਹੜੇ ਯੁੱਧ ਕਰਨ ਲਈ ਸੱਚੇ ਪਾਤਸ਼ਾਹ ਨੇ ਸਿੰਘ ਆਪਣੇ ਸੱਚੇ ਪਾਤਸ਼ਾਹ ਨੇ ਤਾਬਿਆ ਰੱਖੇ ਐ। ਡੇਢਕ ਜਾਮ ਜਾਮਨੀ ਗਈ, ਜਦੋਂ ਡੇਢ ਪੈਰ ਰਾਤ ਚਲੀ ਗਈ ਐ, ਤਬ ਸਤਿਗੁਰ ਨਿਜ ਤਿਆਰੀ ਕਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਉਦੋਂ ਆਪ ਚੱਲਣ ਦੀ ਗਰੀਬ ਨਵਾਜ ਨੇ ਤਿਆਰੀ ਕੀਤੀ ਹੈ। ਨਿਕਸੇ ਪ੍ਰਥਮ ਗਏ ਤਿਸ ਜਾਏ, ਸੱਚੇ ਪਾਤਸ਼ਾਹ ਜੀ ਨਿਕਲੇ ਐ ਆਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਬਾਹਰ ਤੇ ਮਹਾਰਾਜ ਉਸ ਜਾਏ ਜਗ੍ਹਾ ਤੇ ਪਹੁੰਚੇ ਹਨ ਸ੍ਰੀ ਗੁਰ ਤੇਗ ਬਹਾਦਰ ਥਾਏ। ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਹੈ ਗੁਰਦੁਆਰਾ ਸ਼ੀਸ਼ਗੰਜ ਸਾਹਿਬ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਕਿਧਰੇ ਜਾਂਦੇ ਤਾਂ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਪਿਤਾ ਜੀ ਦੇ ਪਾਵਨ ਸਥਾਨ ਤੇ ਆ ਕੇ ਅਰਦਾਸ ਕਰਦੇ, ਕੜਾਹ ਪ੍ਰਸ਼ਾਦ ਦੀ ਦੇਗ ਕਰਾਉਂਦੇ, ਫਿਰ ਹਜੂਰ ਚਾਲਾ ਮਾਰਦੇ ਤੇ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਬਾਹਰੋਂ ਆ ਕਰਕੇ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਆ ਕੇ ਨਮਸਕਾਰ ਕਰਦੇ, ਦੇਗ ਕਰਵਾਉਂਦੇ ਤੇ ਫਿਰ ਮਹਾਰਾਜ ਮਹਿਲਾਂ 'ਚ ਪ੍ਰਵੇਸ਼ ਕਰਿਆ ਕਰਦੇ। ਅੱਜ ਮਹਾਰਾਜ ਸੱਚੇ ਪਾਤਸ਼ਾਹ ਇਸ ਸਰਗੁਣ ਸਰੂਪ ਵਿੱਚ ਮਹਾਰਾਜ ਨੇ ਫਿਰ ਆਨੰਦਪੁਰ ਸਾਹਿਬ ਨਹੀਂ ਆਉਣਾ ਗਰੀਬ ਨਵਾਜ ਜੀ ਨੇ ਤੇ ਸੱਚੇ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਨੂੰ ਜਦੋਂ ਛੱਡਣ ਲੱਗੇ ਐ ਤੇ ਹਜੂਰ ਆਪਣੇ ਪਿਤਾ ਜੀ ਦੇ ਪਵਿੱਤਰ ਸਥਾਨ ਤੇ ਆਏ ਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਪਿਤਾ ਜੀ ਦੇ ਅਸਥਾਨ ਤੇ ਆਏ ਹਨ ਸਿੰਘਾਂ ਸਮੇਤ ਚੱਲ ਕਰਕੇ। ਖੜੇ ਹੋਏ ਦਰਬਾਰ ਅਗਾਰੀ, ਪਵਿੱਤਰ ਦਰਬਾਰ ਦੇ ਅੱਗੇ ਖੜੇ ਹੋ ਕਰਕੇ ਕਰ ਅਰਦਾਸ ਬੰਦਨਾ ਧਾਰੀ। ਮਹਾਰਾਜ ਜੀ ਨੇ ਦੋਵੇਂ ਹੱਥ ਜੋੜ ਅਰਦਾਸ ਕੀਤੀ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਤੇ ਸੱਚੇ ਪਾਤਸ਼ਾਹ ਅਰਦਾਸ ਕਰਕੇ ਪਿਤਾ ਜੀ ਦੇ ਪਾਵਨ ਅਸਥਾਨ ਦੇ ਉੱਤੇ ਮਹਾਰਾਜ ਨੇ ਬੰਦਨਾ ਕੀਤੀ, ਨਮਸਕਾਰ ਕੀਤੀ। ਬਹੁਰੋ ਉੱਚੇ ਕੀਨ ਬਖਾਨ, ਬਹੁਰੋ ਸਤਿਗੁਰੂ ਜੀ ਨੇ ਉੱਚੀ ਸੁਰ ਦੇ ਵਿੱਚ ਆਵਾਜ਼ ਦੇ ਕੇ ਕਹਿਣਾ ਕੀਤਾ, ਹੈ ਕੋ ਸਾਧ ਰਹਿ ਇਸ ਥਾਨ। ਮਹਾਰਾਜ ਕਹਿੰਦੇ ਕੋਈ ਸਾਧੂ ਹੈ ਭਾਈ ਜਿਹੜਾ ਇਸ ਥਾਂ ਦੇ ਉੱਤੇ ਸੇਵਾ ਕਰੇ, ਝਾਰੂ ਦੀਪਕ ਨਿਤ ਪ੍ਰਤ ਕਰੈ। ਜਿਹੜਾ ਇੱਥੇ ਝਾੜੂ ਦੀ ਸੇਵਾ ਕਰੇ ਤੇ ਘਿਓ ਦੇ ਦੀਵੇ ਦੇ ਜਗਾਉਣ ਦੀ ਸੇਵਾ ਕਰਨਾ ਕਰੇ। ਸ੍ਰੀ ਗੁਰਦੇਵ ਸੇਵ ਹਿਤ ਧਰੈ, ਗੁਰੂ ਮਹਾਰਾਜ ਦੇ ਪਵਿੱਤਰ ਸਥਾਨ ਦੀ ਸੇਵਾ ਵਿੱਚ ਹਿਤ ਪ੍ਰੇਮ ਕਰਦਾ ਹੋਵੇ। 3 ਬਾਰ ਗੁਰ ਬਚਨ ਉਚਾਰਾ, ਜਦੋਂ 3 ਵਾਰ ਸੱਚੇ ਪਾਤਸ਼ਾਹ ਨੇ ਆਪਣੇ ਸ਼੍ਰੀ ਮੁਖ ਤੋਂ ਬਚਨ ਕਿਹਾ, ਨਹਿ ਕੋ ਬੋਲਿਓ ਡਰ ਉਰ ਧਾਰਾ। ਤੁਰਕਾਂ ਦੇ ਤੋਂ ਆਪਣਾ ਅੰਦਰ ਡਰ ਧਾਰ ਕੇ ਨਾ ਤੇ ਸਮੇਂ ਕੋਈ ਜਿਹੜਾ ਸੀ ਉਹ ਬੋਲਿਆ ਨਹੀਂ ਉਸ ਸਮੇਂ। ਅਚਰਜ ਸਵਾਂਗ ਵਿਸਾਲ ਅਰੰਭੇ, ਇਹ ਸੱਚੇ ਪਾਤਸ਼ਾਹ ਨੇ ਅਸਚਰਜੀ ਕੌਤਕ ਜਿਹੜੇ ਆ ਗਰੀਬ ਨਵਾਜ ਨੇ ਕੀਤੇ ਨੇ। ਇਹ ਸੱਚੇ ਪਾਤਸ਼ਾਹ ਨੇ ਐਸੇ ਵਿਸਾਲ ਮਹਾਨ ਕੌਤਕ ਜਿਹੜੇ ਹਨ ਉਹ ਕੀਤੇ ਹਨ। ਰਹੀ ਨਾ ਧੀਰਜ ਭਏ ਅਚੰਬੇ, ਧੀਰਜ ਨਾ ਰਹੀ ਜਦੋਂ ਬੜੇ ਹੈਰਾਨ ਹੋਏ ਸਾਰੇ ਕਿ ਮਹਾਰਾਜ ਇੱਥੇ ਰਹਿਣ ਨੂੰ ਹੁਣ ਕਹਿੰਦੇ ਹਨ। ਇੱਕ ਗੁਰ ਬਖਸ਼ ਸਾਧ ਢਿਗ ਖਰਿਓ, ਇੱਕ ਗੁਰਬਖਸ਼ ਨਾਮਾ ਸਾਧ ਸੀ ਜਿਹੜਾ ਉਹ ਸਤਿਗੁਰਾਂ ਜੀ ਦੇ ਕੋਲ ਖੜਾ ਹੈ ਉਸ ਵਕਤ। ਤਿਸੈ ਬਲੋਕਤ ਬਾਕ ਉਚਰਿਓ, ਉਹਦੇ ਤਾਈਂ ਵੇਖ ਕੇ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿਣਾ ਕੀਤਾ, ਬਸੋ ਇਹਾਂ ਤੁਮ ਸੇਵਾ ਕਰੋ। ਮਹਾਰਾਜ ਕਹਿੰਦੇ ਭਾਈ ਗੁਰਬਖਸ਼ ਤੂੰ ਇੱਥੇ ਰਹੋ ਤੇ ਰਹਿ ਕਰਕੇ ਪਿਤਾ ਜੀ ਦੇ ਅਸਥਾਨ ਦੀ ਸੇਵਾ ਕਰਨਾ ਕਰ ਸੇਵਾ ਨਿਜ ਜਨਮ ਸੁਧਰੋ, ਤੇ ਸੇਵਾ ਕਰਕੇ ਆਪਣੇ ਜਨਮ ਨੂੰ ਸੁਧਾਰਨਾ ਕਰ। ਮਹਾਦੇਵ ਤਿਸ ਕਾ ਗੁਰ ਬੋਲਾ, ਉਹਦਾ ਇੱਕ ਗੁਰੂ ਹੈ ਅਵਧੂਤ, ਉਹ ਤਿਸ ਸਮੇਂ ਉਹਦਾ ਨਾਮ ਹੈ ਮਹਾਦੇਵ, ਉਹ ਬੋਲਿਆ ਏ, ਖਾਏ ਕਹਾਂ ਤੇ ਰਹਿ ਅਡੋਲਾ। ਕਹਿਣ ਲੱਗਾ ਮਹਾਰਾਜ ਖਾਵਾਂਗੇ ਕਿੱਥੋਂ ਤੇ ਇੱਥੇ ਐਵੇਂ ਅਡੋਲ ਇੱਕ ਰਸ ਕਿਵੇਂ ਰਹਿ ਸਕਾਂਗੇ। ਮਹਾਕੁਮਤ ਧਰ ਨੀਚ ਪਹਾੜੀ, ਇਹ ਮਹਾਰਾਜ ਬੜੀ ਖੋਟੀ ਮੱਤ ਵਾਲੇ ਐ ਪਹਾੜੀਏ, ਨੀਚ ਐ ਇਹਨਾਂ ਦੀ ਮੱਤ। ਕਰਹਿ ਬੈਰ ਪਸਚਾਤ ਤੁਮਾਰੀ, ਆਪ ਤੋਂ ਪਿੱਛੋਂ ਮਹਾਰਾਜ ਸਾਡੇ ਨਾਲ ਤਾਂ ਬੜਾ ਭਾਰੀਏ ਵੈਰ ਕਰਨਗੇ। ਭੋਜਨ ਚਾਹੀਏ ਨਿਤ ਪ੍ਰਤ ਖਾਨੇ, ਤੇ ਨਿਤਾ ਪ੍ਰਤੀ ਖਾਣ ਵਾਸਤੇ ਮਹਾਰਾਜ ਭੋਜਨ ਆਦਿਕ ਚਾਹੀਦਾ ਹੁੰਦਾ ਏ। ਤੁਮ ਬਿਨ ਹਮਕੋ ਕੋ ਨਾ ਜਾਣੇ,
ਮਹਾਰਾਜ ਤੁਹਾਡੇ ਤੋਂ ਬਿਨਾਂ ਤਾਂ ਸਾਨੂੰ ਕੋਈ ਵੀ ਨਹੀਂ ਜਾਣਦਾ। ਇਹ ਉਦਾਸੀ ਹਨ ਦੋਵੇਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦੇ ਨੇ, ਮਹਾਰਾਜ ਤੁਹਾਡੇ ਤੋਂ ਬਿਨਾਂ ਤਾਂ ਸਾਨੂੰ ਹੋਰ ਕੋਈ ਨਹੀਂ ਜਾਣਦਾ। ਕਹੈ ਕਹਾਂ ਰਾਵਰ ਸਭ ਜਾਣੇ। ਮਹਾਰਾਜ ਕੀ ਕਹੀਏ ਤੁਹਾਡੇ ਅੱਗੇ, ਤੁਸੀਂ ਤਾਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ। ਸੇਵਹਿ ਨਿਤ ਕਰ ਦੇਹੁ ਠਿਕਾਨੇ। ਮਹਾਰਾਜ ਸਾਨੂੰ ਕੋਈ ਇਹੋ ਜਿਹਾ ਠਿਕਾਣਾ ਵੀ ਦਿਓ ਨਾ ਕਰਕੇ ਕਿ ਨਿਤਾ ਪ੍ਰਤੀ ਫਿਰ ਅਸੀਂ ਸੇਵਾ ਕਰ ਸਕੀਏ। ਸੁਨ ਸ੍ਰੀ ਮੁਖ ਤੇ ਤਿਸਹਿ ਉਚਾਰਾ। ਸੁਣ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜੂਰ ਨੇ ਆਪਣੇ ਸ਼੍ਰੀ ਮੁਖ ਤੋਂ ਬਚਨ ਕਿਹਾ। ਇਹ ਸਾਚੋ ਹੈ ਗੁਰ ਦਰਬਾਰਾ। ਮਹਾਰਾਜ ਕਹਿੰਦੇ ਨੇ, ਭਾਈ ਗੁਰਬਖਸ਼ ਇਹ ਸੱਚਾ ਦਰਬਾਰ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਿਤਾ ਜੀ ਦਾ ਸਥਾਨ ਹੈ। ਇਹ ਸੱਚਾ ਦਰਬਾਰ ਹੈ। ਅੰਨ ਭਰੀ ਗਾਡੀ ਇਹ ਖਰੀ। ਮਹਾਰਾਜ ਜੀ ਨੇ ਫਿਰ ਤੇ ਸਮੇਂ ਆਗਿਆ ਕੀਤੀ ਕਿ ਅੰਨ ਦੀ ਭਰੀ ਹੋਈ ਜਿਹੜੀ ਇੱਕ ਗੱਡੀ ਸੀਗੀ, ਉਹ ਮਹਾਰਾਜ ਕਹਿੰਦੇ ਆ ਵੇਖੋ, ਸਤਿਗੁਰੂ ਜੀ ਨੇ ਉਸ ਸਮੇਂ ਜਿਹੜੀ ਕੋਈ ਸਿੰਘਾਂ ਤਿਆਰ ਕੀਤੀ ਸੀਗੀ, ਉਹ ਮਹਾਰਾਜ ਨੇ ਅੰਨ ਦੀ ਭਰੀ ਹੋਈ ਗੱਡੀ ਜਿਹੜੀ ਸੀ ਉਹਨਾਂ ਨੂੰ ਸੌਂਪਣਾ ਕੀਤੀ। ਸੋ ਸੰਭਾਰ ਰਾਖੋ ਲਿਹੁ ਧਰੀ। ਮਹਾਰਾਜ ਕਹਿੰਦੇ ਸੰਭਾਲ ਲਓ ਤੇ ਸਾਂਭ ਕੇ ਰੱਖ ਲੈਣਾ ਕਰੋ। ਸੰਧਿਆ ਸਮੈ ਸਦਾ ਗੁਰ ਦਰਸ਼ਨ। ਤੇ ਸੰਧਿਆ ਦੇ ਸਮੇਂ ਜਦੋਂ ਮਹਾਰਾਜ ਕਹਿੰਦੇ ਭਾਈ ਸੇਵਾ ਕਰੋਗੇ ਨਾ, ਸਦਾ ਹੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਤੁਹਾਨੂੰ ਦਰਸ਼ਨ ਹੋਇਆ ਕਰੇਗਾ। ਇਹ ਸੱਚੇ ਪਾਤਸ਼ਾਹ ਨੇ ਵੱਡੀ ਬਖਸ਼ਿਸ਼ ਦਾ ਵਰ ਦੇਣਾ ਕੀਤਾ। ਬਰਤਿਹ ਵਿੱਚ ਦੀਵਾਨ ਕੇ ਪਰਸਨ। ਮਹਾਰਾਜ ਕਹਿੰਦੇ ਜਦੋਂ ਇੱਥੇ ਦੀਵਾਨ ਸਜਾਓਗੇ, ਸ਼ਬਦਾਂ ਦਾ ਜਾਪ ਕਰਿਆ ਕਰੋਗੇ, ਤੇ ਸਜੇ ਹੋਏ ਦੀਵਾਨ ਦੇ ਵਿੱਚ ਤੁਹਾਨੂੰ ਪਿਤਾ ਗੁਰੂ ਜੀ ਦੇ ਦਰਸ਼ਨਾਂ ਦਾ ਸਪਰਸ਼ ਮਿਲਿਆ ਕਰੇਗਾ। ਕਿਸ ਪ੍ਰਕਾਰ ਹਵੈ ਕਮੀ ਨਾ ਕਾਈ। ਕਿਸੇ ਪ੍ਰਕਾਰ ਕੋਈ ਕਮੀ ਨਹੀਂ ਇੱਥੇ ਹੋਵੇਗੀ। ਨਿਸ ਦਿਨ ਹਮ ਤੁਮ ਹੋ ਸਹਾਈ। ਰਾਤ ਦਿਨ ਹੀ ਅਸੀਂ ਤੁਹਾਡੇ ਸਹਾਈ ਹੋਵਾਂਗੇ। ਇਹ ਸੱਚੇ ਪਾਤਸ਼ਾਹ ਆਪਣੇ ਸ਼੍ਰੀ ਮੁਖ ਤੋਂ ਕਹਿ ਰਹੇ ਹੈ। ਮਹਾਰਾਜ ਕਹਿੰਦੇ ਸੇਵਾ ਕਰੋ। 9 ਨਿਧੀਆਂ 18 ਸਿੱਧੀਆਂ ਇੱਥੇ ਪਿਤਾ ਸਤਿਗੁਰੂ ਦੇ ਸਥਾਨ ਤੇ ਵਰਦੀਆਂ ਰਹਿਣਗੀਆਂ। ਸਦਾ ਸਦਾ ਬਖਸ਼ਿਸ਼ਾਂ ਦੇ ਭੰਡਾਰ ਪ੍ਰਾਪਤ ਹੋਣਗੇ। ਮਹਾਰਾਜ ਕਹਿੰਦੇ ਅਸੀਂ ਰਾਤ ਦਿਨ ਹੀ ਤੁਹਾਡੇ ਸਹਾਈ ਰਹਾਂਗੇ। ਨਹਿ ਕਿਮ ਗਮੀ ਕਰਹੁ ਮਨ ਮਾਹੀ। ਮਨ ਦੇ ਅੰਦਰ ਕਿਸੇ ਪ੍ਰਕਾਰ ਕੋਈ ਦੁੱਖ ਨਾ ਮੰਨਣਾ ਕਰੋ। ਇਸ ਥਲ ਕਮੀ ਹੋਏ ਕਿਮ ਨਾਹੀ। ਕਿਸੇ ਪ੍ਰਕਾਰ ਦੀ ਕੋਈ ਕਮੀ ਇਸ ਥਾਂ ਦੇ ਉੱਤੇ ਕਦੇ ਵੀ ਨਹੀਂ ਹੋਵੇਗੀ। ਇਤਿਆਦਕ ਕਹਿ ਧੀਰਜ ਦੀਨੀ। ਇਤਿਆਦਕ ਬਚਨ ਕਹਿ ਕੇ ਹਜੂਰ ਨੇ ਧੀਰਜ ਦੇਣਾ ਕੀਤੀ। ਤਬ ਤਿਨ ਸੁਨ ਪਦ ਬੰਧਨ ਕੀਨੀ। ਤਦੋਂ ਸੁਣ ਕੇ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾਇਆ, ਸਤਿਗੁਰਾਂ ਜੀ ਦੀ ਆਗਿਆ ਦਾ ਪਾਲਣ ਕੀਤਾ ਤੇ ਮਨ ਬਾਣੀ ਕਰਕੇ ਦ੍ਰਿੜ ਵਿਸ਼ਵਾਸ ਧਾਰਨ ਕਰ ਲਿਆ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੇਵਾ ਸੌਂਪੀ ਹੈ ਤੇ ਜਿੰਨਾ ਚਿਰ ਪ੍ਰਾਣ ਚੱਲਦੇ ਐ ਸਤਿਗੁਰਾਂ ਜੀ ਦੇ ਪਾਵਨ ਸਥਾਨ ਦੀ ਸੇਵਾ ਕਰਾਂਗੇ। ਰਹਿਓ ਧੀਰ ਧਰ ਗੁਰ ਬਚ ਮਾਨੇ। ਸਤਿਗੁਰੂ ਜੀ ਦਾ ਬਚਨ ਮੰਨ ਕੇ ਧੀਰਜ ਧਾਰ ਕੇ ਭਾਈ ਗੁਰਬਖਸ਼ ਜਿਹੜਾ ਸੀ ਉੱਥੇ ਰਿਹਾ। ਪ੍ਰਭੂ ਪ੍ਰਕਰਮਾ ਕਰਤ ਪਿਆਨੇ। ਸੱਚੇ ਪਾਤਸ਼ਾਹ ਨੇ ਫਿਰ 4 ਪ੍ਰਕਰਮਾਂ ਕੀਤੀਆਂ। ਕੜਾ ਪ੍ਰਸ਼ਾਦ ਦੀ ਦੇਗ ਹੋਈ ਤੇ ਸੱਚੇ ਪਾਤਸ਼ਾਹ ਜੀ ਪਿਤਾ ਜੀ ਦੇ ਪਾਵਨ ਸਥਾਨ ਤੇ ਨਤਮਸਤਕ ਹੋਏ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਤੇ ਸਮੇਂ ਚਾਲਾ ਮਾਰਨਾ ਕੀਤਾ। ਸਜਿਓ ਤੁਰੰਗਮ ਤਤ ਛਿਨ ਆਇਓ। ਜਦੋਂ ਸਤਿਗੁਰੂ ਜੀ ਪਰਿਕਰਮਾ ਕਰਕੇ ਨਮਸਕਾਰ ਕਰਕੇ ਪਿਤਾ ਜੀ ਦੇ ਦਰਬਾਰ ਅਸਥਾਨ ਤੋਂ ਬਾਹਰ ਨੂੰ ਆਏ ਐ, ਬੜੀ ਛੇਤੀ ਨਾਲ ਤਿਆਰ ਕੀਤਾ ਹੋਇਆ ਹਜੂਰ ਦਾ ਨੀਲਾ ਘੋੜਾ ਉਹ ਸੇਵਾਦਾਰ ਨੇ ਸਾਹਮਣੇ ਲੈ ਆਂਦਾ। ਭਏ ਅਰੂਡਨ ਚਲਨੋਂ ਭਾਇਓ। ਸੱਚੇ ਪਾਤਸ਼ਾਹ ਜੀ ਤੇ ਸਮੇਂ ਫਿਰ ਘੋੜੇ ਤੇ ਅਸਵਾਰ ਹੋਏ ਤੇ ਗਰੀਬ ਨਵਾਜ਼ ਨੂੰ ਚੱਲਣਾ ਪਾਇਆ ਹੈ। ਮਹਾਰਾਜ ਚੱਲ ਪਏ ਸੱਚੇ ਪਾਤਸ਼ਾਹ। ਦਇਆ ਸਿੰਘ ਆਲਮ ਸਿੰਘ ਸਾਥ। ਭਾਈ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ ਇਹ ਸੱਚੇ ਪਾਤਸ਼ਾਹ ਦੇ ਹਜੂਰੀ ਸਿੰਘ ਹਨ ਸਾਰੇ। ਇਹ ਮਹਾਰਾਜ ਦੇ ਕੋਲ ਨੇ। ਉਦੈ ਸਿੰਘ ਆਗੇ ਚਲਨਾਥ। ਮਾਲਕ ਸਤਿਗੁਰੂ ਜੀ ਦੇ ਅੱਗੇ ਅੱਗੇ ਭਾਈ ਉਦੈ ਸਿੰਘ ਸਾਹਿਬ ਜੀ ਚੱਲ ਰਹੇ ਆ। ਮੁਕਤੇ ਸਿੰਘ ਬਾਮ ਦਿਸ਼ ਚੱਲੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖੱਬੇ ਹੱਥ ਜਿਹੜੇ ਆ ਉਹ ਪੰਜੇ ਮੁਕਤੇ ਸਿੰਘ ਜਿਹੜੇ ਆ ਉਹ ਚੱਲੇ ਹਨ। ਮੋਹਕਮ ਸਿੰਘ ਸਾਹਿਬ ਸਿੰਘ ਭਲੇ। ਤੇ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਚੰਗੀ ਤਰ੍ਹਾਂ ਸਾਰੇ ਤਿਆਰ ਹੋ ਕਰਕੇ ਪ੍ਰਭ ਕੇ ਦਾਹਨ ਪਾਸੇ ਹੋਏ। ਇਹ ਮਹਾਰਾਜ ਦੇ ਸੱਜੇ ਪਾਸੇ ਹੋ ਗਏ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਿਲਕੁਲ ਕੋਲ ਤਾਂ ਇੱਕ ਭਾਈ ਦਇਆ ਸਿੰਘ ਸਾਹਿਬ ਜੀ ਐ ਜਿਨ੍ਹਾਂ ਦਾ ਘੋੜਾ ਮਹਾਰਾਜ ਦੇ ਬਿਲਕੁਲ ਨਜ਼ਦੀਕ ਹੈ, ਤੇ ਇੱਕ ਭਾਈ ਆਲਮ ਸਿੰਘ ਜੀ। ਖੱਬੇ ਪਾਸੇ ਸਾਰੇ ਮੁਕਤੇ ਸਿੰਘ ਮਹਾਰਾਜ ਦੇ
ਪੰਜੇ ਜਿਨ੍ਹਾਂ ਨੂੰ ਮੁਕਤੇ ਦੀ ਮਹਾਰਾਜ ਪਦਵੀ ਦਿੱਤੀ ਸੀਗੀ। ਤੇ ਇਹ ਫਿਰ ਪੰਜ ਜਿਹੜੇ ਪਿਆਰੇ ਆ ਸੱਚੇ ਪਾਤਸ਼ਾਹ ਜੀ ਦੇ, ਭਾਈ ਦਇਆ ਸਿੰਘ ਜੀ ਤੋਂ ਹੋਰ ਜਿਹੜੇ ਚਾਰ ਹਨ ਉਹ ਸਤਿਗੁਰਾਂ ਜੀ ਦੇ ਸੱਜੇ ਹੱਥ ਗਰੀਬ ਨਵਾਜ ਦੇ ਚੱਲ ਪਏ ਆ। ਪੀਛੇ ਚਲੇ ਸਿੰਘ ਸਭ ਕੋਏ, ਸਾਰੇ ਸਿੰਘ ਜਿਹੜੇ ਆ ਉਹ ਪਿੱਛੇ ਪਿੱਛੇ ਚੱਲ ਪਏ ਆ। ਭਾਈ ਉਦੈ ਸਿੰਘ ਜੀ ਅੱਗੇ ਜਾ ਰਹੇ ਹਨ। ਸਤਿਗੁਰ ਕੋਲੇ ਬੀਚ ਪਿਆਨੇ, ਸਤਿਗੁਰਾਂ ਜੀ ਨੂੰ ਕਿਉਂਕਿ ਮਹਾਰਾਜ ਹੁਣ ਆਪਣੀ ਸੈਨਾ ਦੇ ਸਤਿਗੁਰੂ ਜੀ ਜਰਨੈਲ ਵੀ ਨੇ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਚਾਰ ਚੁਫੇਰਿਓਂ ਘੇਰਾ ਕੱਤ ਲਿਆ ਹੈ। ਪੰਜਾਂ ਪਿਆਰਿਆਂ ਨੇ, ਪੰਜਾਂ ਮੁਕਤਿਆਂ ਨੇ ਤੇ ਹਜੂਰ ਦੇ ਜਿਹੜੇ ਹਰ ਵੇਲੇ ਪਹਿਰੇ ਤੇ ਸੇਵਾ ਕਰਦੇ ਉਹ 25 ਸਿੰਘ ਸੱਚੇ ਪਾਤਸ਼ਾਹ ਜੀ ਨੂੰ ਚਾਰ ਚੁਫੇਰਿਓਂ ਘੇਰਾ ਕੱਤ ਕੇ ਤੁਰ ਪਏ ਹਨ। ਚੜਿਓ ਅਜੀਤ ਸਿੰਘ ਧਨ ਪਾਨੇ, ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਹੱਥ ਵਿੱਚ ਧਨੁਸ਼ ਪਕੜਿਆ ਹੋਇਆ ਹੈ, ਘੋੜੇ ਤੇ ਸਵਾਰ ਹਨ। ਜ਼ੋਰਾਵਰ ਸਿੰਘ ਦੂਸਰ ਨੰਦ, ਸੱਚੇ ਪਾਤਸ਼ਾਹ ਜੀ ਦੇ ਜੁਝਾਰ ਸਿੰਘ ਜੀ ਦੂਸਰੇ ਜੋ ਸੁਪੁੱਤਰ ਹਨ। ਚਲੇ ਪਿਤਾ ਪਸਚਾਤ ਅਮੰਦ, ਸੱਚੇ ਪਾਤਸ਼ਾਹ ਜੀ ਦੇ ਪਿਤਾ ਸਤਿਗੁਰਾਂ ਜੀ ਦੇ ਨਾਲ ਨਾਲ ਇਉਂ ਸਿੰਘਾਂ ਦੇ ਵਿੱਚ ਭਾਈ ਜੁਝਾਰ ਸਿੰਘ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਚੱਲ ਰਹੇ ਆ। ਹਿੰਮਤ ਸਿੰਘ ਆਦਿਕ ਸਿੱਖ ਘਨੇ, ਤੇ ਭਾਈ ਹਿੰਮਤ ਸਿੰਘ ਜੀ ਆਦਿਕ ਜਿਹੜੇ ਬਹੁਤੇ ਸਿੱਖ ਹਨ। ਧਨਖ ਤੁਫੰਗ ਅੰਗ ਧਰ ਬਨੇ, ਜਿਨ੍ਹਾਂ ਨੇ ਆਪਣੇ ਮੋਢਿਆਂ ਤੇ ਨਾਲ ਨਾਲ ਤੀਰ ਕਮਾਨ ਤੇ ਬੰਦੂਕਾਂ ਜਿੰਨੇ ਵੀ ਸ਼ਸਤਰ ਕੋਈ ਚੱਕ ਸਕਦਾ ਸਿੰਘਾਂ ਨੇ ਸ਼ਸਤਰਾਂ ਨਾਲ ਸਭ ਲੱਦੇ ਹੋਏ ਆ। ਤੋੜੇ ਸੋ ਲਗਤ ਕਸੇ ਦੁਗਾੜੇ, ਤੇ ਇਉਂ ਤੋੜੇ ਸੁਲਗਾ ਲਏ ਐ, ਤੋੜੇਦਾਰ ਬੰਦੂਕਾਂ ਜਿਨ੍ਹਾਂ ਨਾਲ ਰੱਸੀਆਂ ਸੁਲਗਦੀਆਂ ਹੋਈਆਂ ਲਾਈਆਂ ਹੁੰਦੀਆਂ, ਜਦੋਂ ਬੰਦੂਕ ਨੂੰ ਚਲਾਉਣਾ ਹੋਵੇ ਤੋੜਾ ਦਾਗ ਦਈਦਾ ਹੈ। ਇਸ ਪ੍ਰਕਾਰ ਤੋੜੇ ਜਿਹੜੇ ਆ ਸੁਲਗਾਏ ਹੋਏ ਐ, ਕਿਉਂਕਿ ਦੁਸ਼ਮਣ ਦੀ ਨੀਤ ਤੇ ਕੋਈ ਭਰੋਸਾ ਨਹੀਂ ਹੈ। ਇਸ ਪ੍ਰਕਾਰ ਤਿਆਰ ਪਰ ਤਿਆਰ ਹਨ ਖਾਲਸੇ ਜਦੋਂ ਇਉਂ ਤੁਰੇ ਹਨ। ਜੜੇ ਕਲਾ ਪਰ ਮੋੜਤ ਝਾੜੇ, ਇਉਂ ਕਲਾ ਜਿਹੜੀਆਂ ਹਨ ਭਾਵ ਜਿਹਨੂੰ ਬੋਲਟ ਮਾਰਨਾ ਕਹਿੰਦੇ ਆ, ਉਹ ਕਲਾ ਜੜੀਆਂ ਹੋਈਆਂ ਭਾਵ ਕੇਵਲ ਤੋੜਾ ਹੀ ਸਲਗਾਉਣਾ ਤੇ ਉਸੇ ਵੇਲੇ ਬੰਦੂਕ ਚੱਲਣ ਨੂੰ ਤਿਆਰ ਹੁੰਦੀ ਹੈ। ਲਈ ਬਰੂਦ ਜਮਾਏ ਪਲੀਤੇ, ਇਉਂ ਬਰੂਦ ਇਕੱਠਾ ਕੀਤਾ ਹੋਇਆ ਹੈ, ਪਲੀਤੇ ਜਮਾਏ ਹੋਏ ਹਨ। ਕਿਨ ਸਰਪੋਸ ਉਗਾੜਨ ਕੀਤੇ, ਤੇ ਜਿਹੜਾ ਬੰਦੂਕ ਦੇ ਅੱਗੇ ਜਿਹੜਾ ਹੁੰਦਾ ਨਾ ਉਹਦਾ ਮੂੰਹ, ਉਹ ਸਰਪੋਸ ਉਗਾੜ ਦਿੱਤਾ ਭਾਵ ਮੂੰਹ ਦੇ ਅੱਗੋਂ ਜਿਹੜਾ ਪਰਦਾ ਉਹ ਲਾਹ ਦੇਈਦਾ। ਉਹ ਇਸ ਕਰਕੇ ਵੀ ਪਰਦੇ ਲਾਏ ਹੁੰਦੇ ਮੂੰਹ ਦੇ ਅੱਗੇ ਕਿ ਬਰਖਾ ਦੇ ਸਮੇਂ ਜੇ ਮੀਂਹ ਕਣੀ ਦੀ ਛਿੱਟ ਬੰਦੂਕ ਵਿੱਚ ਜਾਵੇ ਤੇ ਉਹਦੇ ਨਾਲ ਜੰਗਾਲ ਆਦਿਕ ਪੈਦਾ ਹੋ ਕੇ ਗੋਲੀ ਦੇ ਚੱਲਣ ਵਿੱਚ ਜਿਹੜਾ ਹੈ ਉਹ ਬਾਧਾ ਪੈਂਦੀ ਹੈ। ਇਉਂ ਸਰਪੋਸ ਅੱਗੋਂ ਉਗਾੜ ਦਿੱਤੇ ਆ। ਕੇਤਕ ਖਚਰਨ ਤੀਰਨ ਭਾਰ, ਤੇ ਕਿੰਨੀਆਂ ਜਿਹੜੀਆਂ ਖੱਚਰਾਂ ਹਨ ਉਹਨਾਂ ਉੱਤੇ ਤੀਰਾਂ ਦੇ ਭਾਰ ਲੱਦੇ ਹੋਏ ਆ, ਬਹੁਤ ਭਾਰੀ ਖੱਚਰਾਂ ਤੀਰਾਂ ਨਾਲ ਲੱਦੀਆਂ ਹੋਈਆਂ ਨੇ। ਲਾਦ ਲਈ ਚਾਲੀ ਪ੍ਰਭ ਲਾਰ, ਇਉਂ ਮਹਾਰਾਜ ਸਾਹਿਬ ਨੇ ਸ਼ਸਤਰ ਲਦਵਾ ਲਏ ਹਨ ਤੇ ਇਹ ਲਾਰ ਜਿਹੜੀ ਹੈ ਭਾਵ ਇਹ ਜਿਹੜਾ ਤੀਸਰਾ ਜਥਾ ਇਹ ਸੱਚੇ ਪਾਤਸ਼ਾਹ ਦੀ ਕਮਾਂਡ ਥੱਲੇ ਚੱਲਿਆ ਏ। ਫਨੀਅਰ ਸੇ ਖੱਪਰੇ ਖਰ ਖਰੇ, ਉਹ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਪਣੇ ਕਮਰ ਕੱਸੇ ਦੇ ਤੀਰ ਨੇ ਤੇ ਜਿਨ੍ਹਾਂ ਤੀਰਾਂ ਦੀ ਬਾਬਤ ਦੱਸਦੇ ਹਨ ਕਵੀਰਾਜ। ਫਨੀਅਰ ਸੇ ਖੱਪਰੇ ਖਰ ਖਰੇ, ਫਨੀਅਰ ਨਾਗ ਜਿਵੇਂ ਹੁੰਦਾ ਹੈ ਨਾ, ਖਰ ਤਿੱਖੇ ਖੱਪਰੇ ਤੀਰ ਹਨ ਸਾਰੇ, ਜਿਹੜੀਆਂ ਖਚਰਾਂ ਲੱਦੀਆਂ ਹੋਈਆਂ ਨੇ ਤੀਰਾਂ ਨਾਲ। ਸੇਲੇ ਤੋਮਰ ਸੰਗਨ ਧਰੇ, ਬਹੁਤ ਜ਼ਿਆਦੇ ਬਰਛੇ ਬਰਛੀਆਂ ਇਉਂ ਲੱਦੀਆਂ ਹੋਈਆਂ ਖਚਰਾਂ ਦੇ ਉੱਤੇ ਇਹੋ ਸਾਰੇ ਸ਼ਸਤਰ ਲੱਦੇ ਹੋਏ ਆ। ਸਨੇ ਸਨੇ ਗਮਨੇ ਹਿਮਗ ਬੀਚ, ਹੌਲੀ ਹੌਲੀ ਰਸਤੇ ਦੇ ਵਿੱਚ ਇਉਂ ਚਲੇ ਜਾ ਰਹੇ ਹਨ। ਦੂਰ ਖਰੇ ਪਿਖ ਊਚ ਰੋ ਨੀਚ, ਉੱਚੇ ਨੀਵੇਂ ਜਿੰਨੇ ਵੀ ਆ ਦੂਰ ਖੜੇ ਹੋਏ ਵੇਖਦੇ ਹਨ। ਕੇਤਕ ਕੋਸ ਪ੍ਰਭੂ ਪ੍ਰਸਥਾਨੇ, ਜਦੋਂ ਕਿੰਨੇ ਕੋ ਸੱਚੇ ਪਾਤਸ਼ਾਹ ਦਾ ਜਿਹੜਾ ਇਹ ਜਥਾ ਇਹ ਪ੍ਰਸਥਾਨ ਕਰ ਗਿਆ ਏ। ਅੰਧ ਭਏ ਰਿਪ ਨਾਹਿ ਨਾ ਜਾਣੇ, ਮੂਰਖਾਂ ਨੇ ਸੋਚਿਆ ਤਾਂ ਕੁਝ ਹੋਰ ਸੀ ਪਰ ਅੰਨੇ ਹੀ ਕਰ ਦਿੱਤੇ ਸਤਿਗੁਰੂ ਜੀ ਇਹੋ ਕਲਾ ਵਰਤਾਈ ਕਿ ਉਹਨਾਂ ਨੇ ਕੁਝ ਪਤਾ ਹੀ ਨਹੀਂ ਲੱਗਾ। ਉਹਨਾਂ ਨੂੰ ਇਉਂ ਮਹਿਸੂਸ ਕਰਦੇ ਰਹੇ ਕਿ ਗੁਰੂ ਸਾਹਿਬ ਅਜੇ ਵੀ ਕਿਲੇ ਵਿੱਚ ਬੈਠੇ ਆ। ਕਰਹਿ ਪ੍ਰਤੀਖਨ ਨਿਕਸਿਹ ਜਬੈ, ਤੇ ਉਡੀਕ ਕਰ ਰਹੇ ਆ ਕਿ ਗੁਰੂ ਸਾਹਿਬ ਜਦੋਂ ਨਿਕਲਣਗੇ। ਘੇਰ ਗੁਰੂ ਕੋ ਗਹਿਲੇ ਹੋ ਤਬੈ, ਤੇ ਸੈਨਾਪਤੀਆਂ ਨੇ ਦੱਸਿਆ ਹੋਇਆ ਫੌਜ ਵਿੱਚ ਕਿ ਘੇਰਾ ਪਾ ਕੇ ਗੁਰੂ ਸਾਹਿਬ ਨੂੰ ਪਕੜ ਲੈਣਾ ਕਰਿਓ। ਰਾਮ ਘਨੌਲੇ ਲਗ ਚੱਲ ਆਏ, ਜਦੋਂ ਘਨੌਲੇ ਨਗਰ ਲਾਗੇ ਸੱਚੇ ਪਾਤਸ਼ਾਹ ਜੀ ਚੱਲ ਕਰਕੇ ਆ ਗਏ ਆ। ਸਿੰਘ ਪੰਚ ਸੈ ਗੋਲ
ਬਣਾਏ। ਇਹ 500 ਸਿੰਘਾਂ ਦਾ ਜਥਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਣਾਇਆ ਹੋਇਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਮਾਂਡ ਦੇ ਥੱਲੇ 500 ਸਿੰਘ ਹਨ। ਤੇ ਵੇਖ ਲਓ, ਅੰਦਾਜ਼ਾ ਲਾ ਲਓ ਕਿ ਕਿੱਡਾ ਵੱਡਾ ਸਰਸਾ ਨਦੀ ਦੇ ਕੰਢੇ ਤੇ ਯੁੱਧ ਹੋਇਆ ਹੋਵੇਗਾ। ਤੇ ਸਰਸਾ ਨੂੰ ਪਾਰ ਕਰਕੇ ਜਦੋਂ ਸੱਚੇ ਪਾਤਸ਼ਾਹ ਨੇ ਸੰਭਾਲ ਕੀਤੀ ਤੇ ਗਿਣਤੀ ਦੇ 40 ਸਿੰਘ ਸੀਗੇ। ਇਹ ਕਿਹੋ ਜਿਹਾ ਘਮਾਸਾਨ ਦਾ ਯੁੱਧ ਤੇ ਕਿਹੋ ਜੀ ਕਾਲੀ ਬੋਲੀ ਰਾਤ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ 500 ਸਿੰਘਾਂ ਦਾ ਜਥਾ ਏ। ਦੁਰਜਨ ਖਰੇ ਰਹੇ ਪਛਚਾਤੀ। ਜਿਹੜੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛਲਣਾ ਚਾਹੁੰਦੇ ਸੀ, ਇਉਂ ਜਿਹੜੇ ਇਹ ਸੋਚਦੇ ਹੀ ਰਹੇ ਕਿ ਸ਼ਾਇਦ ਗੁਰੂ ਸਾਹਿਬ ਅਜੇ ਕਿਲੇ ਵਿੱਚ ਹੀ ਸਜੇ ਬੈਠੇ ਐ। ਇਸ ਤਰ੍ਹਾਂ ਪਿੱਛੇ ਹੀ ਇਹ ਜਿਹੜੇ ਦੁਸ਼ਮਣ ਹਨ ਸੋਚਦੇ ਹੋਏ, ਇਉਂ ਵਿਚਾਰ ਕਰਦੇ ਹੋਏ ਕਿ ਗੁਰੂ ਸਾਹਿਬ ਕਿਲੇ ਚੋਂ ਨਿਕਲਣਗੇ ਤੇ ਆਪਾਂ ਹਮਲਾ ਬੋਲ ਦਿਆਂਗੇ। ਕਰ ਅਨੁਮਾਨ ਸਕਲ ਸੁਧ ਜਾਤੀ। ਜਦੋਂ ਇਹਨਾਂ ਨੂੰ ਅਨੁਮਾਨ ਲੱਗਾ, ਪਤਾ ਲੱਗਾ, ਡਾਢਾ ਚਿਰ ਲੱਗ ਗਿਆ ਤੇ ਫਿਰ ਸਾਰੀ ਜਦੋਂ ਖਬਰ ਸਮਝ ਲੱਗੀ ਹੈ, ਗੁਰੂ ਦੁਰਗ ਮਹਿ ਅਬ ਥਿਰ ਨਾਹੀ। ਇਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਹੁਣ ਕਿਲੇ ਵਿੱਚ ਨਹੀਂ ਹਨ। ਰੌਰਾ ਨਹਿ ਲਖੀਅਤ ਦਿਸ ਤਾਹੀ। ਕਿ ਉਸ ਪਾਸੇ ਵੱਲ ਹੁਣ ਕੋਈ ਆਵਾਜ਼ ਨਹੀਂ ਉੱਠ ਰਹੀ, ਕੋਈ ਰੌਲਾ ਨਹੀਂ ਆ ਰਿਹਾ। ਜਾਣਿਓ ਪਰੈ ਅਗਾਰੀ ਗਏ। ਇਉਂ ਹੀ ਕਹਿੰਦੇ ਆ, ਸਮਝ ਲੱਗ ਰਹੀ ਹੈ ਕਿ ਗੁਰੂ ਸਾਹਿਬ ਅੱਗੇ ਚਲੇ ਗਏ ਹਨ। ਮਾਰਗ ਦੂਰ ਉਲੰਘਤ ਭਏ। ਕਿ ਦੂਰ ਤੱਕ ਉਹ ਲੰਘ ਗਏ ਆ ਰਸਤਾ। ਇਮ ਲਖ ਕਰ ਅਸਵਾਰਦ ਧਾਏ। ਇਉਂ ਲੱਖ ਕਰਕੇ ਭਾਵ ਜਾਣ ਕੇ ਜਿਹੜੇ ਸੀ ਨਾ ਅਸਵਾਰ ਘੋੜਸਵਾਰ, ਇਹ ਤੁਰਕਾਂ ਦੀ ਸੈਨਾ ਤੇ ਸਮੇਂ ਚੜ ਪਈ ਐ ਸਾਰੀ। ਸੂਨ ਪਰਿਓ ਗੜ ਦੇਖਿਓ ਜਾਏ। ਜਦੋਂ ਵੇਖਿਆ ਕਿਲਾ ਜਾ ਕਰਕੇ ਸਾਰਾ ਕਿਲਾ ਸੁੰਨਿਆ ਪਿਆ ਏ। ਤਬ ਖਵਾਜਾ ਮਰਦੂਦ ਗੁਲਾਮ। ਜਿਹੜਾ ਇਹ ਵੱਡਾ ਸੈਨਾਪਤੀ ਵਾ ਖਵਾਜਾ ਮਰਦੂਦ, ਜਿਹਦਾ ਨਾਮ ਸੱਚੇ ਪਾਤਸ਼ਾਹ ਨੇ ਆਪ ਜਫਰਨਾਮੇ ਵਿੱਚ ਲਿਖਿਆ ਗਰੀਬ ਨਵਾਜ ਨੇ, ਇਹ ਜਿਹੜਾ ਵੱਡਾ ਗੁਲਾਮ ਨੌਕਰ ਹੈ ਨੌਰੰਗੇ ਦਾ। ਰਿਸ ਬੋਲਿਓ ਦਲ ਸੰਗ ਤਮਾਮ। ਬੜੇ ਕ੍ਰੋਧ ਵਿੱਚ ਆ ਕਰਕੇ ਤਮਾਮ ਸੈਨਾ ਨੂੰ ਤੇ ਸਮੇਂ ਬੜੇ ਗੁੱਸੇ ਵਿੱਚ ਆ ਕੇ ਬੋਲਿਆ, ਘੇਰੋ ਅਗਰ ਜਾਏ ਕਰ ਐਸੇ। ਕਹਿੰਦੇ ਜਾਓ ਅੱਗੇ ਜਾ ਕਰਕੇ ਇਸ ਤਰ੍ਹਾਂ ਘੇਰਾ ਪਾਉਣਾ ਕਰੋ, ਜਿਸ ਤੇ ਨਿਕਸ ਜਾਏ ਨਹਿ ਕੈਸੇ। ਜਿਸ ਕਰਕੇ ਕਿ ਕਿਤੇ ਨਿਕਲ ਨਾ ਜਾਣ ਹੁਣ ਬਚ ਕਰਕੇ। ਜਥਦਾਰ ਸਰਦਾਰ ਕਨੇਰੇ। ਬਹੁਤ ਜ਼ਿਆਦੇ ਜਿਹੜੇ ਇਹਨਾਂ ਦੇ ਵੱਡੇ ਵੱਡੇ ਸੈਨਾਪਤੀ ਹੈ, ਕਰ ਕਰ ਕ੍ਰੁੱਧਤ ਸਗਰੇ ਪ੍ਰੇਰੇ। ਕ੍ਰੋਧ ਵਿੱਚ ਆ ਕੇ ਸਾਰੇ ਖਵਾਜਾ ਮਰਦੂਦ ਨੇ ਪ੍ਰੇਰਨਾ ਕੀਤੇ। ਭੀਮ ਚੰਦ ਕੋ ਭਾਖ ਪਠਾਇਓ। ਇਹ ਭੀਮ ਚੰਦ ਨੂੰ ਕਹਿ ਕੇ ਜਿਹੜਾ ਸੀ ਇੱਕ ਵਜ਼ੀਰ ਭੇਜਣਾ ਕੀਤਾ, ਤੈਂ ਆਪਣੋ ਦਲ ਕਿਉਂ ਅਟਕਾਇਓ। ਕਿ ਤੂੰ ਆਪਣੀ ਫੌਜ ਕਿਉਂ ਹੁਣ ਖਿਲਾਰ ਛੱਡੀ ਹੈ। ਪ੍ਰੇਰੋ ਸਭ ਪਰਬਤ ਕੀ ਸੈਨਾ। ਸਾਰੀ ਪਹਾੜੀ ਸੈਨਾ ਨੂੰ ਹੁਣ ਪ੍ਰੇਰਨਾ ਕਰ। ਘੇਰੇ ਜਾਏ ਗਹਿ ਪਿਖ ਨੈਣਾ। ਤੇ ਘੇਰ ਲੈਣ ਹੁਣ ਗੁਰੂ ਸਾਹਿਬ ਨੂੰ ਜਾ ਕਰਕੇ ਅੱਖਾਂ ਨਾਲ ਵੇਖ ਕੇ ਪਕੜ ਲੈਣ। ਖਾਨ ਵਜੀਦ ਸਰਹੰਦੀ ਧਾਇਓ। ਜਿਹੜਾ ਸਰਹੰਦੀ ਸੂਬਾ ਵਜੀਦ ਖਾਨ ਹੈ, ਇਹ ਵੀ ਚੜ ਕਰਕੇ ਆਇਆ ਏ। ਲੱਖ ਲਸ਼ਕਰ ਲੈ ਉਮਡਾਇਓ। ਲੱਖਾਂ ਦਾ ਲਾਹੋ ਲਸ਼ਕਰ ਸੱਚੇ ਪਾਤਸ਼ਾਹ ਜੀ ਨੂੰ ਪਕੜਨ ਵਾਸਤੇ ਚੜ ਪਿਆ ਏ। ਜ਼ੇਰ ਦਸਤ ਸੂਬਾ ਲਵਪੁਰ ਕੋ। ਲਵਪੁਰ ਲਾਹੌਰ ਦਾ ਸੂਬੇਦਾਰ ਜਿਹੜਾ ਜ਼ਬਰਦਸਤ ਖਾਂ ਹੈ, ਦੌੜ ਚੱਲਿਓ ਪਕੜਨ ਸ੍ਰੀ ਗੁਰ ਕੋ। ਸੱਚੇ ਪਾਤਸ਼ਾਹ ਜੀ ਨੂੰ ਪਕੜਨ ਵਾਸਤੇ ਇਹ ਵੀ ਦੌੜ ਕੇ ਚੱਲ ਪਿਆ। ਬੇਸ਼ੁਮਾਰ ਜਿਮ ਨਿਸ ਅੰਧਿਆਰੀ। ਬੇਸ਼ੁਮਾਰ ਬਹੁਤ ਜ਼ਿਆਦੇ ਜਿਵੇਂ ਰਾਤ ਹਨੇਰੀ ਹੈ। ਸੈਨਾ ਉਮੜੀ ਸਭ ਇੱਕ ਵਾਰੀ। ਇੱਕੋ ਵਾਰ ਸਾਰੀ ਸੈਨਾ ਜਿਹੜੀ ਹੈ ਉਮੜ ਪਈ ਹੈ, ਭਾਵ ਚੜ ਪਈ ਹੈ। ਸੱਚੇ ਪਾਤਸ਼ਾਹ ਜੀ ਘਨੌਲੇ ਨਗਰ ਤੱਕ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਥਾ ਹੈ ਉਹ ਪਹੁੰਚ ਚੁੱਕਾ ਹੈ। ਉਸ ਤੋਂ ਅੱਗੇ ਹੌਲੀ ਹੌਲੀ ਮਹਾਰਾਜ ਜਿਵੇਂ ਸਰਸਾ ਦੇ ਕੰਢੇ ਵੱਲ ਨੂੰ ਮਹਾਰਾਜ ਜੀ ਵੱਧਦੇ ਹੈ ਤੇ ਕਿਵੇਂ ਸੱਚੇ ਪਾਤਸ਼ਾਹ ਜੀ ਦੇ ਉੱਤੇ ਹਮਲਾਵਰ ਹੁੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਸਾਰਿਆਂ ਦੇ ਜਿਹੜੀ ਹੈ ਉਹ ਕਮਾਂਡ ਦਿੱਤੀ ਹੈ, ਕਿਉਂਕਿ ਦੁਸ਼ਮਣ ਦਾ ਹੱਲਾ ਪਿੱਛੋਂ ਹੋਣ ਦੀ ਜਿਹੜੀ ਸੀ ਉਹ ਸ਼ੰਕਾਵਾਂ ਸਨ। ਇਸ ਕਰਕੇ ਜਿਹੜਾ ਸਭ ਤੋਂ ਔਖਾ ਮੋਰਚਾ ਉੱਥੇ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਨੂੰ ਕਮਾਂਡ ਸੌਂਪੀ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਇਹ ਹਮਲਾ ਹੁੰਦਾ ਹੈ, ਬਾਬਾ ਅਜੀਤ ਸਿੰਘ ਸਾਹਿਬ ਜੀ ਕਿਵੇਂ ਵੀਰਤਾ ਨਾਲ ਯੁੱਧ ਕਰਦੇ ਹੈ, ਕਿਵੇਂ ਭਾਈ ਉਦੈ ਸਿੰਘ ਸਾਹਿਬ ਜੀ ਸ਼ਹੀਦੀ ਬਾਟਾ ਇੱਥੇ ਛਕਦੇ ਆ। ਸਰਸਾ ਦੇ ਕੰਢੇ ਦਾ ਜਿਹੜਾ ਦ੍ਰਿਸ਼ ਹੈ ਉਹ ਆਪਾਂ ਕੱਲ੍ਹ ਦੇ ਕਥਾ ਵਿੱਚ ਸਰਵਣ ਕਰਾਂਗੇ।
ਜਿਵੇਂ ਜਿਵੇਂ ਫਿਰ ਦਿਹਾੜੇ ਅੱਗੇ ਅੱਗੇ ਆਉਣਗੇ, ਉਹਨਾਂ ਦਿਹਾੜਿਆਂ 'ਤੇ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਇਤਿਹਾਸ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਬੇਸ਼ੁਮਾਰ ਜਿਮ ਨਿਸ ਅੰਧਿਆਰੀ, ਸੈਨਾ ਉਮੜੀ ਸਭ ਇੱਕ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।